एक बार फिर तो स्वागत जी तुहाडा प्राइम एशिया टीवी ते मैं गुरप्रीत संधावालिया ते इस वक्त तुसी एक वड्डी कवरेज देख रहे हो प्राइम एशिया टीवी की तरफों जिहदे विच अज पूरा दिन असीं आप जी नूं हाल दिखाया कि जो है इस वक्त दिल्ली दे विच किसान संघर्ष चलदा पिया उहदी अज एक बड़ी अहम मीटिंग सी जिहड़ी कि अलग अलग दौरां तो बाद चलदी पई ते क्या ये जा रहा सी कि 5 ही तरीक है तो 5वीं मीटिंग है तो शायद इस ਪੰਜਾਂ ਦੇ ਪਾਂਜੇ ਦੇ ਵਿੱਚ ਇੱਕ ਜਿਹੜੀ ਮਹਾਂ ਪੰਚਾਇਤ ਟਾਈਪ ਦੀ ਗੱਲ ਚੱਲ ਪਈ ਹੈ ਸਰਕਾਰ ਦੇ ਨਾਲ ਉਹਦੇ ਚੋਂ ਅੱਜ ਕੋਈ ਨਾ ਕੋਈ ਹੱਲ ਜਿਹੜਾ ਉਹ ਨਿਕਲ ਕੇ ਸਾਹਮਣੇ ਆਵੇ। ਪਰ ਅੱਜ ਦੀ ਜਿਹੜੀ ਮੀਟਿੰਗ ਸੀ ਉਹ ਬੜੀ ਡਰਾਮਾਟਾਈਜ਼ ਰਹੀ ਜਾਂ ਕਹਿ ਲਓ ਕਿ ਵੀ ਅਲੱਗ-ਅਲੱਗ ਮੌਕਿਆਂ 'ਤੇ ਇੱਦਾਂ ਲੱਗਿਆ ਵੀ ਜਿਵੇਂ ਕਿਸਾਨ ਹੁਣ ਬਾਹਰ ਆਏ ਵਿੱਚੋਂ ਇਹ ਵੀ ਲੱਗਦਾ ਸੀ ਵੀ ਕਿਸਾਨਾਂ ਦੇ ਨਾਲ ਸਰਕਾਰ ਹੁਣ ਵੀ ਮੰਨੀ ਪਰ ਅਖੀਰ ਜੋ ਕੁਝ ਉਹਦੇ ਵਿੱਚੋਂ ਨਿਕਲਿਆ ਹੋਇਆ ਉਹਦੇ 'ਤੇ ਆਪਾਂ ਇਸ ਵਕਤ ਗੱਲਬਾਤ ਕਰਾਂਗੇ। ਪਨੂ ਸਾਹਿਬ ਆਪਣੇ ਨਾਲ ਨੇ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਪਨੂ ਸਾਹਿਬ ਬਹੁਤ-ਬਹੁਤ ਸਵਾਗਤ ਜੀ। ਪਨੂ ਸਾਹਿਬ ਜੇ ਚੰਦ ਘੰਟੇ ਪਹਿਲਾਂ ਹੀ ਆਪਾਂ ਜਦੋਂ ਪਹਿਲੇ ਗੇੜ ਦੀ ਮੀਟਿੰਗ ਦਾ ਹਾਲ ਦੱਸਦੇ ਪਏ ਸੀ ਅਤੇ ਉਦੋਂ ਹੀ ਤੁਸੀਂ ਤਾਂ ਇਸ਼ਾਰਾ ਕਰਤਾ ਸੀ ਵੀ ਗੱਲ ਕਿਸੇ ਤਨ ਪੱਤਨ ਲੱਗਣੀ ਨਹੀਂ ਅਤੇ ਅਖੀਰ ਹੁਣ ਜਦੋਂ ਗੱਲ ਨਿਬੜੀ ਹੈ ਅਤੇ ਉਦੋਂ ਵੀ ਇਹੋ ਹੀ ਵਿੱਚੋਂ ਨਿਕਲਿਆ ਕਿ ਹੁਣ 9 ਤਰੀਕ ਦੀ ਇੱਕ ਫਿਰ ਤੋਂ ਮੀਟਿੰਗ ਰੱਖ ਦਿੱਤੀ ਗਈ ਹੈ ਸਰਕਾਰ ਵਾਲੇ ਪਾਸਿਓਂ ਅਤੇ ਆਖਿਰ ਜਦੋਂ ਪੇਚ ਫਸ ਗਿਆ ਉਦੋਂ ਕਿਸਾਨਾਂ ਨੇ ਬੋਲਣਾ ਵੀ ਬੰਦ ਕਰ ਦਿੱਤਾ ਸੀ ਅਤੇ ਫਾਈਲਾਂ ਦੇ ਉੱਪਰ ਯੈਸ ਔਰ ਨੋ ਲਿਖ ਕੇ ਅਤੇ ਉਹ ਫਾਈਲਾਂ ਸਰਕਾਰ ਵਾਲੇ ਪਾਸੇ ਨੂੰ ਕਰਦੇ ਆ ਕਿ ਵੀ ਸਾਨੂੰ ਹਾਂ ਜਾਂ ਨਾ 'ਚ ਜਵਾਬ ਦੇ ਦਿਓ ਕਿ ਤੁਸੀਂ ਇਹ ਜਿਹੜੇ ਕਾਨੂੰਨ ਹੈ ਰੱਦ ਕਰਦੇ ਹੋ ਕਿ ਨਹੀਂ ਕਰਦੇ ਹੋ। ਇਹ ਹੁਣ ਜਿਹੜਾ ਪੇਜ ਜਿੱਥੇ ਫਸ ਗਿਆ ਇਹਨੂੰ ਕਿਵੇਂ ਦੇਖਦੇ ਹੋ? ਇੱਥੇ ਜਾ ਕੇ ਫਸਣਾ ਸੀ ਜੀ। ਅੱਜ ਤੱਕ ਦਾ ਕੋਈ ਪ੍ਰਧਾਨ ਮੰਤਰੀ ਇੰਨਾ ਜ਼ਿੱਦਲ ਨਹੀਂ ਨਿਕਲਿਆ ਜਿਹੜਾ ਸਿਰਫ ਆਪਣੀ ਈਗੋ ਆਪਣੀ ਮੈਂ ਦੀ ਖਾਤਰ ਜੀ ਸਾਰਾ ਕੁਝ ਦਾਅ 'ਤੇ ਲਾ ਦੇ। ਇਸ ਪ੍ਰਧਾਨ ਮੰਤਰੀ ਨੇ ਜੋ ਕਰਨਾ ਸ਼ੁਰੂ ਕੀਤਾ ਜੀ ਉਹਦਾ ਸਿੱਟਾ ਇਹ ਨਿਕਲਿਆ ਕਿ ਇਹਦੇ 3 ਕਾਨੂੰਨਾਂ ਦੇ ਖਿਲਾਫ 3 ਬਿੱਲ, ਪਹਿਲਾਂ ਆਰਡੀਨੈਂਸ ਸਨ, ਫਿਰ ਬਿੱਲ, ਫਿਰ ਕਾਨੂੰਨ ਹੋ ਗਏ ਜੀ। ਸ਼ੁਰੂਆਤ ਪੰਜਾਬ ਦੇ ਕਿਸਾਨਾਂ ਤੋਂ ਹੋਈ, ਫਿਰ ਹਰਿਆਣੇ ਦੇ ਕਿਸਾਨ ਨਾਲ ਤੁਰੇ, ਯੂਪੀ ਦੇ ਤੁਰੇ ਜੀ, ਰਾਜਸਥਾਨ ਦੇ, ਹਿਮਾਚਲ ਪ੍ਰਦੇਸ਼ ਦੇ। ਜਦੋਂ ਦਿੱਲੀ ਦੇ ਵਿੱਚ ਕਈ ਕਿਲੋਮੀਟਰ ਲੰਮੇ ਜਾਮ ਲੱਗ ਗਏ ਸੀ, ਸਾਰੇ ਰਸਤੇ ਬੰਦ ਕੀਤੇ ਪਏ ਸੀ, ਪ੍ਰਧਾਨ ਮੰਤਰੀ ਉਦੋਂ ਵੀ ਕਿਸਾਨਾਂ ਦੇ ਕਾਨੂੰਨਾਂ ਨੂੰ ਅਯੁੱਧਿਆ ਦੇ ਮੰਦਿਰ ਨਾਲ ਜੋੜ ਕੇ ਤੇ ਵਾਰਾਣਸੀ ਭਾਸ਼ਣ ਕਰਦਾ ਰਿਹਾ। ਇਹਨੂੰ ਕੋਈ ਇਸ ਗੱਲ ਦੀ ਸਮਝ ਨਹੀਂ ਸੀ ਮੈਂ ਕੀ ਕਰ ਰਿਹਾ ਜੀ। ਉਹ ਇੱਕ ਧਾਰਮਿਕ ਮਸਲਾ ਸੀ। ਕਹਿੰਦਾ ਮੰਦਿਰ ਬਣਾਇਆ ਕਿ ਨਹੀਂ ਜੀ। ਅੜਿੱਕੇ ਡਾਉਂਦੇ ਸੀ। ਅਸੀਂ ਆਖਿਆ ਸੀ ਮੰਦਿਰ ਬਣਾਉਣਾ, ਪਰ ਅਸੀਂ ਬਣਾਉਣ 'ਚ ਕਾਮਯਾਬ ਹੋ ਗਏ ਹਾਂ ਜੀ। ਤੁਸੀਂ ਉੱਦਾਂ ਤੇ ਕਾਮਯਾਬ ਨਹੀਂ ਹੋਏ। ਉਹਦੇ ਅਦਾਲਤ ਦਾ ਇੱਕ ਫੈਸਲਾ ਜਾਂ ਹੋ ਗਿਆ ਜਾਂ ਤੁਸੀਂ ਕਰਵਾ ਲਿਆ ਜਾਂ ਕੁਛ ਵੀ ਆ, ਉਹ ਮਸਲਾ ਵੱਖਰਾ। ਉਹਨੂੰ ਕਿਸਾਨਾਂ ਦੇ ਇਸ ਮੁੱਦੇ ਨਾਲ ਕਿੱਦਾਂ ਜੋੜਦਾ ਜੀ। ਹੁਣ ਇੱਕ ਗੱਲ ਮੁੜ ਕੇ ਆਖੀ ਜਾ ਰਹੀ ਹੈ, ਇਹ ਕਿਸਾਨਾਂ ਦਾ ਭਲਾ ਇਸ ਗੱਲ 'ਚ ਆ ਕਿ ਕਾਨੂੰਨ ਲਾਗੂ ਹੋ ਜਾਣ। ਜੇ ਭਲਾ ਇਸ ਗੱਲ 'ਚ ਆ ਤੇ ਕਿਸਾਨ ਐਡੇ ਕਬੁੱਧੇ ਨੇ, ਉਹਨਾਂ ਨੂੰ ਅਕਲ ਹੈ ਨਹੀਂ ਗੀ ਵੀ ਉਹ ਵੇਖ ਕੇ ਤੇ ਇਹਦੇ ਵਿੱਚੋਂ ਆਪਣਾ ਭਲਾ ਲੱਭ ਲੈਣ। ਤੁਹਾਡੇ ਮੰਤਰੀਆਂ ਦੇ ਮੂੰਹੋਂ ਤਾਂ ਸਾਫ਼ ਨਿਕਲਦਾ ਪਿਆ, ਮੀਟਿੰਗ ਚੱਲਦੀ 'ਚ ਪਰਸੋਂ ਵੀ ਤੁਹਾਡੇ ਮੰਤਰੀ ਦੇ ਮੂੰਹੋਂ ਨਿਕਲ ਗਿਆ ਜੀ ਵੀ ਜੇ ਤੁਹਾਡੀ ਗੱਲ ਮੰਨੀ ਹੈ ਤੇ ਕਾਰਪੋਰੇਟ ਘਰਾਣੇ ਨਾਰਾਜ਼ ਹੋ ਜਾਣਗੇ। ਇਹਦਾ ਮਤਲਬ ਭਾਰਤ ਦੇ ਕਰੋੜਾਂ ਕਿਸਾਨਾਂ ਦੀ ਚਿੰਤਾ ਨਹੀਂ। 2 ਵੱਡੇ ਕਾਰਪੋਰੇਟ ਘਰਾਣੇ, ਅਸੀਂ ਕਾਰਪੋਰੇਟ ਘਰਾਣੇ ਸਾਰੇ ਨਾ ਆਖੀਏ ਜੀ, 2 ਵੱਡੇ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਦੀ ਖਾਤਰ ਸਾਰੇ ਭਾਰਤ ਦੀ ਕਿਸਮਤ ਦਾਅ 'ਤੇ ਲਾਈ ਜਾ ਰਹੀ ਹੈ, ਭਵਿੱਖ ਕਿਸਾਨਾਂ ਦਾ ਦਾਅ 'ਤੇ ਲਿਆ ਜਾ ਰਿਹਾ ਜੀ। ਇਹਦਾ ਫਿਰ ਸਿੱਟਾ ਇਹੋ ਹੀ ਨਿਕਲਣਾ ਸੀ। ਅੱਜ ਫਿਰ ਮੀਟਿੰਗ ਚੱਲਦੀ 'ਚ ਮੰਤਰੀ ਦੇ ਮੂੰਹ ਨਿਕਲ ਗਿਆ ਕਿ ਜੇ ਤੁਹਾਡੀ ਗੱਲ ਮੰਨੀਏ ਤੇ ਅਡਾਨੀ ਤੇ ਅੰਬਾਨੀ ਰੁੱਸ ਜਾਣਗੇ। ਫਿਰ ਇਹਦਾ ਮਤਲਬ ਇਹ ਆ ਕਿ ਤੁਹਾਡੇ ਵਾਸਤੇ ਅਡਾਨੀ ਤੇ ਅੰਬਾਨੀ ਵੱਡੇ ਆ ਜਿਹੜੇ ਕਰੋੜਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਉੱਥੋਂ ਤੱਕ ਚੁਣ ਕੇ ਭੇਜਿਆ, ਇਹ ਸਭ ਲੋਕ ਬੇਵਕੂਫ ਸਨ ਜੀ। ਉਹ ਕਹਿੰਦੇ ਆ ਕਿ ਨਵਿਆਂ ਕਾਨੂੰਨਾਂ ਦੇ ਵਿੱਚ ਅਸੀਂ ਮੰਡੀ ਦੀ ਖੁੱਲ੍ਹ ਦੇ ਦੇਣੀ ਆ ਔਰ ਐਡੀ ਵੱਡੀ ਖੁੱਲ੍ਹ ਦੇ ਦੇਣੀ ਆ ਕਿ ਕਿਸਾਨ ਮਾਲਾ ਮਾਲ ਹੋ ਜਾਏਗਾ। ਭਾਰਤ ਦਾ ਸਭ ਤੋਂ ਵੱਡਾ ਸੂਬਾ ਕਿਹੜਾ? ਉੱਤਰ ਪ੍ਰਦੇਸ਼। ਉੱਥੇ ਸਰਕਾਰ ਕਿਹੜੀ ਪਾਰਟੀ ਦੀ ਹੈ? ਭਾਰਤੀ ਜਨਤਾ ਪਾਰਟੀ ਦੀ। ਨਰਿੰਦਰ ਮੋਦੀ ਦਾ ਚਹੇਤਾ ਯੋਗੀ ਆਦਿੱਤਿਆਨਾਥ ਉੱਥੇ ਮੁੱਖ ਮੰਤਰੀ ਹੈ। ਤੁਸੀਂ ਉੱਥੇ ਖੁੱਲ੍ਹੀ ਮੰਡੀ ਕੀਤੀ ਹੈ, ਸਿੱਟਾ ਉਹਦਾ ਕੀ ਨਿਕਲਦਾ? ਪੰਜਾਬ ਵਿੱਚ ਘੱਟੋ ਘੱਟ ਖਰੀਦ ਕੀਮਤ ਜਿਹੜੀ ਫਸਲ ਦੀ ਆ MSP ਉਹਦੇ ਮੁਤਾਬਕ 1888 ਰੁਪਏ ਕੁਇੰਟਲ ਝੋਨਾ ਵਿਕਿਆ ਜੀ। ਤੇ ਯੂਪੀ ਵਿੱਚ ਤੁਹਾਡੀ ਖੁੱਲ੍ਹੀ ਮੰਡੀ ਦੀ ਕਰਾਮਾਤ ਹੈ ਕਿ ਉੱਥੇ ਕਿਸਾਨਾਂ ਤੋਂ 900 ਰੁਪਏ ਝੋਨਾ ਲੈ ਕੇ ਵਪਾਰੀਆਂ ਨੇ ਪੰਜਾਬ ਵਿੱਚ 1500 ਨੂੰ ਵੇਚਿਆ ਤੇ ਇੱਥੋਂ ਵਾਲਿਆਂ ਨੇ ਅੱਗੇ MSP ਤੇ 1888 ਨੂੰ ਵੇਚ ਕੇ ਜੀ ਖੇਤਾਂ 'ਚ ਵੜੇ ਨਹੀਂ, ਕਿਸਾਨਾਂ ਨਾਲੋਂ ਵੱਧ ਪੈਸੇ ਇਹਨਾਂ ਕਮਾਰੇ। ਤੁਹਾਡੀ ਖੁੱਲ੍ਹੀ ਮੰਡੀ ਦੀ ਕਰਾਮਾਤ ਨੇ ਯੂਪੀ ਦਾ ਕਿਸਾਨ ਜਿਹੜਾ ਉਹ ਕਿਉਂ ਨਹੀਂ ਬਚਾਤਾ? ਜੀ।
ਵੇਖਿਆ ਜਾਵੇ ਤੇ ਨਰਿੰਦਰ ਮੋਦੀ ਦੀ ਸਰਕਾਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤਾਂ ਯੂਪੀ ਦਾ। ਉੱਥੋਂ ਦੀਆਂ 80 ਪਾਰਲੀਮੈਂਟ ਸੀਟਾਂ ਨੇ ਜੀ। 80 ਦਾ ਜੇ 75% ਦੀ ਆਖੀਏ ਤੇ 60 ਬਣਦੀਆਂ। ਇਸ ਪਾਰਟੀ ਨੂੰ ਉਹਨਾਂ ਲੋਕਾਂ ਨੇ 62 ਦਿੱਤੀਆਂ ਤੇ 2 ਸੀਟਾਂ ਦੀ ਭਾਈਵਾਲ ਪਾਰਟੀ ਨੂੰ ਦਿੱਤੀਆਂ 64। 64 ਦਾ ਮਤਲਬ ਇਹ ਆ ਕਿ 80% ਦੀ ਵੋਟਾਂ ਤੁਹਾਨੂੰ ਉਹਨਾਂ ਦਿੱਤੀਆਂ ਨੇ, ਪੰਜਵਾਂ ਹਿੱਸਾ ਆਸੇ-ਪਾਸੇ ਗਈਆਂ ਜੀ। ਜਿਹੜੇ ਸੂਬੇ ਨੇ ਆਪਣੀਆਂ 80 ਦੇ ਵਿੱਚੋਂ 80% ਦੀ ਵੋਟਾਂ ਸੀਟਾਂ 64 ਸੀਟਾਂ ਤੁਹਾਨੂੰ ਪਾਰਲੀਮੈਂਟ ਵਾਸਤੇ ਦੇ ਦਿੱਤੀਆਂ। ਅਸੈਂਬਲੀ ਦੀਆਂ ਚੋਣਾਂ ਉਦੋਂ ਉੱਥੇ ਹੋਈਆਂ ਸੀ ਜਦੋਂ ਸਾਡੇ ਪੰਜਾਬ 'ਚ ਹੋਈਆਂ। ਕੈਪਟਨ ਅਮਰਿੰਦਰ ਸਿੰਘ ਇੱਥੇ ਮੁੱਖ ਮੰਤਰੀ ਬਣਿਆ ਤੇ ਯੋਗੀ ਆਦਿੱਤਿਆਨਾਥ ਉੱਥੇ ਬਣਿਆ ਜੀ, ਦੋਵੇਂ ਇਕੱਠੇ ਬਣਿਆ ਸੀ। ਸਾਡੇ ਪੰਜਾਬ 'ਚ ਤੁਹਾਡੇ ਪੱਲੇ ਕੱਖ ਨਹੀਂ ਪਿਆ, ਪਰ ਉੱਥੇ 403 ਸੀਟਾਂ ਦੀ ਅਸੈਂਬਲੀ ਹੈ, ਉਹਦੇ 'ਚੋਂ 312 ਸੀਟਾਂ 78-79% ਦੀ ਬਣਦੀ ਹੈ। ਇੰਨੀਆਂ ਸੀਟਾਂ ਜਿਹੜੇ ਲੋਕਾਂ ਨੇ ਦਿੱਤੀਆਂ ਨੂੰ ਤੁਸੀਂ ਉਸ ਯੂਪੀ ਦੇ ਕਿਸਾਨਾਂ ਦਾ ਭਲਾ ਕਿਉਂ ਨਹੀਂ ਕਰਤਾ? ਹੁਣ ਪਹਿਲਾਂ ਉਹਨਾਂ ਨੂੰ ਰੋਲ ਕੇ ਬਹਿ ਗਏ ਹੋ ਤੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਇਹ ਸਾਰੇ ਸੂਬਿਆਂ ਦੇ ਕਿਸਾਨਾਂ ਨੂੰ ਰੋਲਣ ਲੱਗ ਪਏ ਹੋ ਤੇ ਆਖਣਾ ਇਹ ਕਿ ਕਿਸਾਨਾਂ ਨੂੰ ਸਮਝ ਨਹੀਂ ਆਉਂਦੀ ਜੀ। ਪਤਾ ਹੀ ਨਹੀਂ ਇਹਨਾਂ ਨੂੰ ਲੱਗਦਾ ਕਿ ਅਸੀਂ ਕੀ ਕਰਦੇ ਪਏ ਹਾਂ। ਕਿਸਾਨ ਏਡੇ ਕੁਚੱਜੇ ਨਹੀਂ ਗੇ ਜਿਹੜੇ ਮਿੱਟੀ ਦੇ ਵਿੱਚੋਂ ਮਿੱਟੀ ਨਾਲ ਘੁਲ ਕੇ ਫਸਲਾਂ ਪੈਦਾ ਕਰਦੇ ਆ। ਉਹ ਨਿਕੰਮੇ ਹੋ ਗਏ ਤੇ ਤੁਸੀਂ ਸਿਆਣੇ ਹੋ ਗਏ, ਕਿਉਂਕਿ ਤੁਸੀਂ ਇੱਕ ਵੱਡੇ ਕਾਰਖਾਨੇਦਾਰ, ਵੱਡੇ ਕਾਰਪੋਰੇਟ ਘਰਾਣੇ ਦੇ ਇਸ਼ਾਰੇ ਤੇ ਚੱਲ ਰਹੇ ਹੋ। ਮੈਂ ਗੱਲ ਪਰਸੋਂ ਵੀ ਸ਼ਾਇਦ ਦੱਸੀ ਸੀ ਜੀ ਕਿ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਜਦੋਂ ਭਾਜਪਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਤਾ, ਲੋਕਾਂ ਨੇ ਵੋਟਾਂ ਪਾਤੀਆਂ, ਹਰ ਹਰ ਮੋਦੀ, ਘਰ ਘਰ ਮੋਦੀ ਦੇ ਨਾਅਰੇ ਲੱਗ ਗਏ। 543 ਚੋਂ 282 ਸੀਟਾਂ 272 ਸੀਟਾਂ ਚਾਹੀਦੀਆਂ ਸੀ, 282 ਇਕੱਲੀ ਭਾਜਪਾ ਨੂੰ ਮਿਲ ਗਈਆਂ, ਭਾਈਵਾਲ ਵੱਖਰੇ। ਇਹਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਤੇ ਅਸਤੀਫਾ ਦਿੱਤਾ। ਦਿੱਲੀ ਆਉਣਾ ਸੀ, ਭਾਰਤ ਸਰਕਾਰ ਦਾ ਜਹਾਜ਼ 에ਅਰ ਇੰਡੀਆ ਦਾ ਤਿਆਰ ਖੜਾ ਸੀ ਜੀ। ਉਹਨੂੰ ਛੱਡ ਕੇ ਇੱਕ ਪ੍ਰਾਈਵੇਟ ਜੈੱਟ ਦੇ ਉੱਤੇ ਗੁਜਰਾਤ ਤੋਂ ਦਿੱਲੀ ਤੱਕ ਆਇਆ ਸੀ। ਤੇ ਉਹ ਪ੍ਰਾਈਵੇਟ ਜੈੱਟ ਕਿਹਦਾ ਸੀ? ਇਸੇ ਗੌਤਮ ਅਡਾਨੀ ਦਾ, ਜਿਹਦੇ ਘਰਾਣੇ ਨੂੰ ਇਸ ਵੇਲੇ ਮੋਗੇ ਤੇ ਆਸੇ-ਪਾਸੇ ਸੀਲੋ ਪਲਾਂਟ ਲਵਾਏ ਜਾ ਰਹੇ ਨੇ। ਇਹਦਾ ਮਤਲਬ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਇਹ ਗੱਲ ਹੋ ਗਈ ਸੀ ਜੀ। ਅਸੀਂ ਅੱਗੇ ਇਹ ਗੱਲ ਕਰਦੇ ਹੁੰਦੇ ਹਾਂ ਕਿ ਅਫਗਾਨਿਸਤਾਨ ਦੀ ਲੜਾਈ ਬਾਅਦ 'ਚ ਲੱਗੀ ਤੇ ਅਮਰੀਕਾ ਦੀਆਂ ਤੇ ਹੋਰ ਦੇਸ਼ਾਂ ਦੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਨੇ ਇਹ ਵੰਡ ਆਪੋ ਵਿੱਚ ਕਰ ਲਈ ਸੀ ਕਿ ਲੜਾਈ ਲੱਗਣੀ ਆ ਤੇ ਫਲਾਨਾ ਤੇਲ ਦਾ ਖੂਹ ਤੇਰਾ ਤੇ ਫਲਾਨਾ ਪ੍ਰੋਜੈਕਟ ਮੇਰਾ ਤੇ ਫਲਾਨੀ ਬਿਲਡਿੰਗ ਮੇਰੀ। ਇਹੋ ਇਰਾਕ 'ਚ ਕੀਤਾ ਸੀ। ਇਹਦਾ ਮਤਲਬ ਭਾਰਤ ਵਿੱਚ ਵੀ ਇਹ ਹੋ ਗਿਆ ਕਿ ਜੇ ਮੇਰੀ ਸਰਕਾਰ ਬਣ ਗਈ, ਤੂੰ ਦਿੱਲੀ ਜਾਣ ਵਾਸਤੇ ਜਹਾਜ਼ ਤਿਆਰ ਰੱਖੀ ਤੇ ਨਾਲੇ ਕਾਗਜ਼ ਪੱਤਰ ਤਿਆਰ ਰੱਖੀ, ਜਾਂਦੇ ਸਾਰ ਮੈਂ ਤੇਰਾ ਆਹ ਕੰਮ ਕਰ ਦੂੰਗਾ। ਇਹ ਜੋ ਕੁਝ ਉਦੋਂ ਸ਼ੁਰੂਆਤ ਹੋ ਗਈ ਸੀ, ਉਹਦਾ ਨਤੀਜਾ ਅੱਜ ਇਹ ਨਿਕਲਿਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਆਪਣੀ ਸਰਕਾਰ ਵੀ ਦਾਅ ਤੇ ਲਾ ਕੇ ਉਹਨਾਂ ਦੇ ਪ੍ਰੋਜੈਕਟ ਸਿਰੇ ਚੜ੍ਹਨ ਵਾਸਤੇ ਲੱਗਾ ਪਿਆ ਜੀ। ਔਰ ਜਿੱਡੀ ਵੱਡੀ ਸੰਕਟ ਦੀ ਘੜੀ ਅੱਜ ਹੈ, ਐਡੀ ਨਾ ਕਦੇ ਜਵਾਹਰ ਲਾਲ ਨਹਿਰੂ ਨੂੰ ਵੇਖਣੀ ਪਈ ਸੀ, ਨਾ ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ, ਨਾ ਮੁਰਾਰਜੀ ਦੇਸਾਈ, ਚੌਧਰੀ ਚਰਨ ਸਿੰਘ, ਵੀਪੀ ਸਿੰਘ ਤੇ ਚੰਦਰ ਸ਼ੇਖਰ ਨੂੰ, ਨਾ ਨਰਸਿਮਹਾ ਰਾਓ, ਗੁਜਰਾਲ, ਦੇਵਗੌੜਾ ਤੇ ਮਨਮੋਹਨ ਸਿੰਘ ਨੂੰ, ਤੇ ਨਾ ਅਟਲ ਬਿਹਾਰੀ ਵਾਜਪਾਈ ਨੂੰ। ਜੀ। ਜਿੱਡਾ ਉਬਾਲਾ ਕਿਸਾਨਾਂ ਦਾ ਇਸ ਵਾਰੀ ਆਇਆ। ਮੈਂ ਰਿਪੋਰਟਾਂ ਪੜ੍ਹਦਾ ਹਟਿਆ, ਦਿੱਲੀ ਦੇ ਘੇਰੇ ਕਹਿੰਦੇ ਜੀ 26 ਕਿਲੋਮੀਟਰ ਥਾਂ ਦੇ ਵਿੱਚ ਕਿਸਾਨ ਹੀ ਕਿਸਾਨ ਨੇ ਐਡਾ ਵੱਡਾ ਘੇਰਾ ਪਾਇਆ ਪਿਆ ਜੀ। 26 ਕਿਲੋਮੀਟਰ ਕਦੇ ਕਿਸੇ ਨੇ ਸੋਚਿਆ ਕਿੱਡਾ ਹੁੰਦਾ? ਆ ਜਲੰਧਰ ਦੇ ਫਗਵਾੜੇ ਵਾਲੇ ਪਾਸੇ ਜਿੱਥੇ ਹਵੇਲੀ ਆ, ਉੱਥੋਂ ਤੁਰ ਪਓ, ਸਾਰਾ ਜਲੰਧਰ ਬੜਾਵੇਂ ਚ ਲੈ ਜਾਓ, ਕਰਤਾਰਪੁਰ ਪਹੁੰਚ ਜਾਓ, ਫਿਰ ਜਾ ਕੇ 26 ਕਿਲੋਮੀਟਰ ਹੁੰਦੇ। ਇੰਨੇ ਲੰਮੇ ਚੌੜੇ ਥਾਂ ਉੱਤੇ ਕਿਸਾਨ ਹੀ ਕਿਸਾਨ ਨੇ ਜੀ। ਚੰਡੀਗੜ੍ਹ, ਪੰਚਕੂਲਾ, ਜ਼ੀਰਕਪੁਰ ਤੇ ਮੁਹਾਲੀ ਰਲਾ ਦਿਓ, 26 ਕਿਲੋਮੀਟਰ ਦਾ ਘੇਰਾ ਤਾਂ ਬਣਦਾ। 26 ਕਿਲੋਮੀਟਰ ਦੇ ਘੇਰੇ ਦੇ ਵਿੱਚ ਕਹਿੰਦੇ ਕਿਸਾਨ ਹੀ ਕਿਸਾਨ ਨੇ। ਤੇ ਜੇ ਐਡਾ ਵੱਡਾ ਇਕੱਠ ਕਿਸਾਨਾਂ ਦਾ ਕੀਤਾ ਪਿਆ, ਦਿੱਲੀ ਨੂੰ ਨਾਗਵਲ ਮਾਰਿਆ ਪਿਆ, ਤੇ ਫਿਰ ਇਸ ਪ੍ਰਧਾਨ ਮੰਤਰੀ ਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਜੀ। ਉਹ ਅਜੇ ਵੀ ਆਪ ਸਾਹਮਣੇ ਨਹੀਂ ਆ ਰਿਹਾ। ਉਹਦੇ ਪਿਆਦਿਆਂ ਦੇ ਤੌਰ ਤੇ ਉਹਦੇ ਮੰਤਰੀ ਗੱਲਾਂ ਕਰਦੇ। ਅੱਜ ਦੀ ਮੀਟਿੰਗ 'ਚੋਂ ਵੀ ਮੰਤਰੀ ਮੁੜ ਕੇ ਬਾਹਰ ਜਾਂਦੇ ਰਹੇ, ਖਾਸ ਤੌਰ ਤੇ ਇੱਕ ਮੰਤਰੀ ਜਿਹਦਾ ਖੇਤੀ ਨਾਲ ਵਾਸਤਾ ਨਹੀਂ, ਕਿਸਾਨਾਂ ਨਾਲ ਵਾਸਤਾ ਨਹੀਂ, ਫਸਲਾਂ ਨਾਲ ਵਾਸਤਾ ਨਹੀਂ, ਵਾਸਤਾ ਰੇਲਾਂ ਨਾਲ ਹੈ ਜੀ। ਉਹ ਮੀਟਿੰਗ 'ਚੋਂ ਮੁੜ ਕੇ ਉੱਠ ਕੇ ਜਾਂਦਾ ਸੀ, ਦੂਸਰੇ ਕਮਰੇ 'ਚ ਜਾ ਕੇ ਗੱਲ ਕਰਕੇ ਆਉਂਦਾ ਸੀ, ਆ ਕੇ ਦੂਜਿਆਂ ਦੇ ਕੰਨ 'ਚ ਫੂਕ ਮਾਰਦਾ ਸੀ। ਕੀ ਤਮਾਸ਼ਾ ਹੋ ਰਿਹਾ? ਅੱਛਾ, ਇਹਦੇ 'ਚ ਪਰ ਸਭ ਇੱਕ ਚੀਜ਼ ਹੈ, ਮੈਨੂੰ ਲੱਗਦਾ ਕਿ ਆਪਾਂ ਜਿਹੜੀਆਂ ਚੀਜ਼ਾਂ ਅੱਜ ਹੋਈਆਂ ਉਹਨਾਂ ਨੂੰ ਤਰਤੀਬ ਦੇ ਵਿੱਚ ਮੇਰੇ ਖਿਆਲ ਨਾਲ ਤੁਸੀਂ ਜ਼ਿਆਦਾ ਵਧੀਆ ਸਮਝਾ ਸਕਦੇ ਹੋ। ਜਦੋਂ ਤੁਸੀਂ ਆਹ ਜ਼ਿਕਰ ਕੀਤਾ ਕਿ ਵੀ ਕੁਛ ਚਿਰ ਬਾਅਦ ਮੰਤਰੀ ਸਾਹਿਬ ਉੱਠਦੇ ਸੀ, ਨਾਲ ਦੇ ਕਮਰੇ 'ਚ ਜਾਂਦੇ ਸੀ ਤੇ ਰਿਪੋਰਟ ਬਾਹਰ ਇਹ ਆਉਂਦੀ ਸੀ ਵੀ ਉੱਪਰ ਗੱਲਾਂ ਹੁੰਦੀਆਂ। ਹੁਣ ਸਵਾਲ ਇਹ ਹੈ ਕਿ ਵੀ ਜੇ
ਉਹ ਪਾਸੇ ਬਹਿ ਕੇ ਗੱਲਾਂ ਹੀ ਕਰਨੀਆਂ। ਤੇ ਕੀ ਕੋਈ ਮੱਝ ਦਾ ਸੌਦਾ ਕਰਦੇ ਪਏ ਉੱਥੇ ਵੀ ਲੈ ਪਾਸੇ ਹੋ ਕੇ ਪੁੱਛੇ ਵੀ ਲੈ ਫਲਾਨਾ ਸ਼ਾ ਉਹ ਤੇ ਇੰਨੇ ਚ ਮੰਨਦਾ ਹੀ, ਉਹ ਚੱਲ ਕੋਈ ਗੱਲ ਨਹੀਂ ਤੂੰ 2 ਨੁਕਸ ਹੋਰ ਕੱਢ ਪਈ, ਇਹਦੇ ਸਿੰਘ ਥੋੜ੍ਹੇ ਜਿਹੇ ਢਿੱਲੇ ਆ, ਇਹਦੀ ਪੂਛ ਨਹੀਂ ਠੀਕ, ਇੱਦਾਂ ਕਾਰਾ ਵੀ ਕਹਦੇ ਵੀ ਖੁਰਾਂ ਤੇ ਡੱਬ ਪੈਂਦੇ ਆ, ਫਿਰ ਸ਼ਾਇਦ ਰੇਟ ਘੱਟ ਜੇ। ਇਹੋ ਜਿਹਾ ਕੰਮ ਕਿਉਂ ਕੀਤਾ? ਸਾਹਮਣੇ ਆ ਕੇ ਗੱਲ ਕਰਨ 'ਚ ਕੀ ਪ੍ਰੋਬਲਮ ਹੈ? ਇਸ ਕਰਕੇ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਅਕਸ ਹੈ ਜਿਹੜਾ ਇਸ ਵੇਲੇ ਦਾਅ 'ਤੇ ਲੱਗਾ ਪਿਆ ਜੀ। ਉਹਨੇ ਜਿਉਂ ਮੁੱਖ ਮੰਤਰੀ ਬਣਿਆ ਗੁਜਰਾਤ ਦਾ, ਤੇ ਫਿਰ ਉਹਦੇ ਬਾਅਦ ਪ੍ਰਧਾਨ ਮੰਤਰੀ ਬਣੇ ਨੂੰ ਵੀ 6.5 ਸਾਲ ਹੋ ਗਏ ਜੀ। ਇੰਨੇ ਸਮੇਂ 'ਚ ਕਦੇ ਏਡੀ ਵੱਡੀ ਆਪੋਜੀਸ਼ਨ ਵੇਖੀ ਨਹੀਂ। ਉਹਨੇ ਕੋਈ ਵੀ ਕਦਮ ਚੁੱਕਿਆ ਹੋਵੇ ਉਹਨੂੰ ਅੱਜ ਤੱਕ ਵਾਪਸ ਲੈਣਾ ਨਹੀਂ ਪਿਆ। ਜੋ ਇਸ ਵਾਰੀ ਇਸ ਮਸਲੇ ਦੇ ਉੱਤੇ ਉਹਨੂੰ ਕਦਮ ਵਾਪਸ ਲੈਣਾ ਪੈਂਦਾ, ਉਹਦਾ ਹੁਣ ਤੱਕ ਦਾ ਜਿੰਨਾ ਵੱਡਾ ਅਕਸ ਬਣਿਆ ਸੀ ਉਸ ਅਕਸ ਤੇ ਕਾਂਟਾ ਵੱਜ ਜਾਣਾ ਜੀ। ਕਿ ਜਿਹੜਾ ਕਹਿੰਦਾ ਸੀ ਮੈਂ ਝੁਕਦਾ ਨਹੀਂ, ਮੈਂ ਝੁਕਣ ਵਾਲਾ ਨਹੀਂ, ਮੈਂ ਰੁਕੂੰਗਾ ਨਹੀਂ, ਮੈਂ ਝੁਕੂੰਗਾ ਨਹੀਂ, ਉਹ ਝੁਕਣਾ ਪੈ ਗਿਆ ਜੀ। ਉਸ ਅਕਸ ਦੇ ਉੱਤੇ ਕਾਂਟਾ ਵੱਜਣ ਤੋਂ ਡਰਦਿਆਂ ਹੁਣ ਪਿਛਲੇ 3 ਦਿਨਾਂ ਤੋਂ ਉਹਨੇ ਬੋਲਣਾ ਵੀ ਬੰਦ ਕੀਤਾ। ਚੁੱਪ ਹੈ। ਜਿਹੜਾ ਮਤਲਬ ਪਹਿਲਾਂ ਉੱਥੇ ਵਾਰਾਣਸੀ ਤਕਰੀਰ ਕਰ ਆਇਆ ਕਿ ਅਯੁੱਧਿਆ 'ਚ ਮੰਦਿਰ ਬਣਾਉਣਾ ਸੀ ਜੀ, ਉਹ ਬਣਾ ਲਿਆ ਤੇ ਹੁਣ ਕਿਸਾਨਾਂ ਦੀ ਵਾਰੀ ਹੈ। ਉਹਦੇ ਤੋਂ ਬਾਅਦ ਪਤਾ ਲੱਗਾ ਕਿ ਇਹ ਗੱਲ ਡੈਮੇਜ ਕਰਦੀ ਹੈ, ਨੁਕਸਾਨ ਕਰਦੀ ਹੈ। ਅਗਲੇ ਦਿਨ ਤੋਂ ਉਹਨੇ ਬੋਲਣਾ ਬੰਦ ਕੀਤਾ ਪਿਆ। ਜੇ ਪਹਿਲਾਂ ਥੋੜਾ ਸੰਭਲ ਕੇ ਬੋਲਦਾ, ਤੋਲ ਕੇ ਬੋਲਦਾ, ਜੀ, ਜੇ ਤੋਲ ਕੇ ਬੋਲਿਆ ਹੁੰਦਾ ਸਮਝ ਕੇ ਬਣਦਾ। ਹੁਣ ਅੱਜ ਦੀ ਮੀਟਿੰਗ ਵਿੱਚ ਨੌਬਤ ਇੱਥੋਂ ਤੱਕ ਆ ਗਈ ਕਿ ਜਦੋਂ ਮੰਤਰੀਆਂ ਨੇ ਟਾਲਣ ਦਾ ਹੀ ਕੰਮ ਸ਼ੁਰੂ ਕਰਤਾ, ਆਹ ਕਰਦੇ ਆ ਉਹ ਕਰਦੇ ਆ, ਤੇ ਕਿਸਾਨਾਂ ਦੇ ਲੀਡਰਾਂ ਨੇ ਇੱਕ ਅਗਲਾ ਕਦਮ ਚੁੱਕਿਆ। ਉਹਨਾਂ ਨੇ ਆਪਣੇ ਮੂੰਹ ਤੇ ਪੱਟੀਆਂ ਬੰਨ੍ਹ ਚੁੱਪ ਕਰਕੇ ਚੁੱਪ ਵੱਟ ਕੇ ਬੈਠ ਕੇ ਮੰਤਰੀ ਕਹਿਣ ਤੁਸੀਂ ਹੁਣ ਆਏ ਭਾਈ ਕੋਈ ਬੋਲੋ ਤਾਂ ਸਹੀ। ਚੁੱਪ। ਇੱਕ ਗੱਲ ਸ਼ੁਰੂ 'ਚ ਕਹਿਤੀ ਕਿ ਅਸੀਂ ਹੁਣ ਤੁਹਾਡੇ ਨਾਲ ਗੱਲ ਕੋਈ ਨਹੀਂ ਕਰਨੀ, ਤੁਸੀਂ ਸਿਰਫ ਸਾਨੂੰ ਇਹ ਦੱਸੋ ਕਾਨੂੰਨ ਵਾਪਸ ਲੈਣੇ ਆ ਕਿ ਨਹੀਂ, ਯੈਸ ਔਰ ਨੋ। ਉਹਦੇ ਬਾਅਦ ਚੁੱਪ ਵੱਟ ਗਏ। ਅੱਧਾ ਘੰਟਾ ਉਸ ਮੀਟਿੰਗ ਦੇ ਵਿੱਚ ਚੁੱਪ ਰਹੀ। ਮੰਤਰੀ ਮੁੜ ਤਰਲੇ ਕੱਢਣ ਤੁਸੀਂ ਬੋਲੋ ਤਾਂ ਸਹੀ, ਤੇ ਚੁੱਪ, ਕੋਈ ਨਹੀਂ ਬੋਲੇ। ਜੋ ਜ਼ਿਆਦਾ ਜ਼ੋਰ ਲਾਉਣ, ਕਾਗਜ਼ ਉੱਤੇ ਲਿਖਿਆ ਸੀ ਯੈਸ ਔਰ ਨੋ, ਤੇ ਐਂ ਵਿਖਾ ਦਿੰਦੇ ਸੀ, ਆਪ ਬਹਿੰਦੇ ਸੀ ਜੀ। ਉਸ ਯੈਸ ਨੋ ਵਾਲੀ ਗੱਲ ਦੇ ਉੱਤੇ ਮੰਤਰੀ ਇੰਨੇ ਫਸ ਗਏ ਕਿ ਉਹਨਾਂ 'ਚੋਂ ਇੱਕ ਮੰਤਰੀ ਘੜੀ ਮੁੜੀ ਦੂਸਰੇ ਕਮਰੇ 'ਚ ਜਾਂਦਾ ਸੀ, ਉੱਪਰ ਗੱਲ ਕਰਕੇ ਆਉਂਦਾ ਸੀ। ਉੱਪਰ ਕਿਤੇ ਉੱਪਰ ਵਾਲੇ ਨਾਲ ਤਾਂ ਨਹੀਂ ਗੱਲ ਕਰਨੀ, ਇੱਥੇ ਉਹਦੇ ਨਾਲ ਗੱਲ ਕਰਨੀ ਜਿਹੜਾ ਆਪਣੇ ਆਪ ਨੂੰ ਉੱਪਰ ਵਾਲਾ ਹੀ ਸਮਝਦਾ ਜੀ। ਜਦੋਂ ਇਹ ਨਾਰਾ ਲਾਇਆ ਗਿਆ ਘਰ ਘਰ ਮੋਦੀ, ਹਰ ਹਰ ਮੋਦੀ, ਹਰ ਹਰ ਮਹਾਦੇਵ ਤਾਂ ਸੁਣਿਆ ਸੀ। ਹਰ ਦਾ ਮਤਲਬ ਪਰਮਾਤਮਾ ਹੁੰਦਾ, ਪਰਮਾਤਮਾ ਮਹਾਦੇਵ। ਇੱਥੇ ਜਦੋਂ ਹਰ ਹਰ ਮੋਦੀ ਦਾ ਨਾਰਾ ਲਾਇਆ ਗਿਆ ਸੀ, ਇਹ ਤੇ ਉਦੋਂ ਹੀ ਪਤਾ ਸੀ ਕਿ ਇਹਦੇ ਲੋਕ ਇਹਨੂੰ ਹਰ ਹਰ ਮੋਦੀ ਬਣਾਉਣ ਨੂੰ ਤੁਰੇ ਨੇ। ਉਹ ਜਿਹੜਾ ਹਰ ਹਰ ਮੋਦੀ ਸੀ ਉਹ ਇਸ ਵੇਲੇ ਇੰਨਾ ਫਸ ਗਿਆ ਕਿ ਉਹਦੇ ਮੰਤਰੀ ਮੁੜ ਕੇ ਜਾ ਕੇ ਪੁੱਛਦੇ ਜੀ ਉਹ ਤੇ ਬੋਲਦੇ ਹੀ ਨਹੀਂ, ਸਾਹਮਣੇ ਬੈਠੇ ਆ ਜੀ। ਔਰ ਉਹ ਰਾਜ ਭਾਗ ਦੇ ਗਲਿਆਰਿਆਂ 'ਚ ਕਦੇ ਕਿਸੇ ਨੇ ਵੇਖਿਆ ਸੀ ਜਿੱਥੇ ਇੰਨਾ ਡਿਸਪਲਿਨ ਹੁੰਦਾ ਵੀ ਉੱਥੇ ਲੰਗਰ ਵਾਸਤੇ ਪੰਗਤਾਂ ਲੱਗਣ ਤੇ ਕਿਸਾਨ ਉੱਥੇ ਬਹਿ ਕੇ ਆਪਣਾ ਜਲ ਪਾਣੀ ਇਹਨਾਂ ਨੂੰ ਵਿਖਾ ਕੇ ਛਕਣ, ਆਪਣਾ ਖਾਣੇ ਓਏ। ਜੀ ਜੀ ਜੀ। ਨਾਲੇ ਸੁਲਾ ਵੀ ਮਾਰੀ, ਉਹ ਕਹਿੰਦੇ ਜਾਓ ਮੰਤਰੀ ਸਾਹਿਬ ਤੁਸੀਂ ਵੀ ਛਕੋ, ਸਾਡੇ ਨਾਲ ਖੀਰ ਵੀ ਆਈ ਆ, ਸਬਜ਼ੀ ਵੀ ਹੈਗੀ ਆ, ਇੰਨਾ ਵੀ ਬਹਿਣਾ ਭੁੰਜੇ ਪੈਣਾ। ਇਹਨਾਂ ਦੀ ਖੀਰ ਆਈ ਆ, ਉਹਨਾਂ ਦੀ ਤੇ ਅਖੀਰ ਆਈ ਪਈ ਆ। ਉਹ ਖੀਰ ਵੱਲ ਵੇਖਣ ਕਿ ਅਖੀਰ ਵੱਲ ਵੇਖਣ ਜੀ। ਉਹ ਤਾਂ ਇੰਨੇ ਕਸੂਤੇ ਫਸੇ ਪਏ ਆ ਕਿ ਜੇ ਇਸ ਵੇਲੇ ਅੜੀ ਕਰਦੇ ਆ ਤੇ ਉਹਨਾਂ ਦੇ ਭਾਈਵਾਲ ਵੀ ਸਾਰੇ ਦੇ ਸਾਰੇ ਦਬਾਅ ਪਾਉਂਦੇ ਪਏ ਆ ਕਿ ਤੁਸੀਂ ਤਾਂ ਡੁੱਬੋਗੇ, ਨਾਲ ਸਾਨੂੰ ਵੀ ਲੈ ਡੁੱਬੋਗੇ। ਭਾਈਵਾਲ ਪਾਰਟੀਆਂ ਬਾਹਰ ਨਹੀਂ ਬੋਲਦੀਆਂ ਪਈਆਂ ਜੀ। ਇੱਕ ਅਕਾਲੀ ਦਲ ਬੋਲਿਆ ਸੀ, ਉਹ ਇਸ ਕਰਕੇ ਬੋਲਿਆ ਕਿਉਂਕਿ ਸਭ ਤੋਂ ਪਹਿਲਾਂ ਮੂਵਮੈਂਟ ਪੰਜਾਬ 'ਚੋਂ ਤੁਰੀ ਜੀ। ਤੇ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਨੇ ਪਹਿਲਾਂ ਉਹਨੇ ਸਪੋਰਟ ਕਰਨ ਦਾ ਯਤਨ ਕੀਤਾ, ਜਦੋਂ ਵੇਖਿਆ ਕਿ ਗੱਲ ਨਹੀਂ ਬਣਦੀ, ਸਾਰਾ ਪੰਜਾਬ ਖਿਲਾਫ ਹੋ ਗਿਆ, ਫਿਰ ਅਸਤੀਫਾ ਦੇ ਕੇ ਆਏ। ਮੁੜ ਕੇ ਬਹੁਤ ਜ਼ੋਰ ਲਾਇਆ ਕਿ ਦੱਸੀਏ ਕਿ ਅਸੀਂ ਕਿਸਾਨਾਂ ਦੇ ਨਾਲ, ਅਜੇ ਤੱਕ ਜ਼ੋਰ ਲਾਉਂਦੇ ਪਏ ਜੀ। ਪਰ ਬਾਕੀ ਭਾਈਵਾਲ ਜਿਹੜੇ ਉਹਨਾਂ ਦੇ ਨਾਲ ਅਜੇ ਤੱਕ ਖੜੇ ਆ। ਕੱਲ੍ਹ ਨੂੰ ਜਦੋਂ ਉਹਨਾਂ ਪਿੰਡਾਂ 'ਚ ਆਉਣਾ, ਅੱਜ ਹਰਿਆਣੇ ਦੇ ਵਿੱਚ ਕੁਝ ਇਲਾਕਿਆਂ 'ਚ ਖਾਪ ਪੰਚਾਇਤਾਂ ਨੇ ਫੈਸਲਾ ਕਰਤਾ ਕਿ ਕੋਈ ਮੰਤਰੀ ਆਵੇ, ਕੋਈ ਅਫਸਰ ਆਵੇ, ਇਹ ਸਾਰਾ ਦਾ ਬਾਈਕਾਟ ਕਰ ਦਿਓ, ਵੜਨ ਨਾ ਦਿਓ। ਇੱਦਾਂ ਦੇ ਜਿਹੜੇ ਨਾਅਰੇ ਆਉਂਦੇ ਪਏ ਨੇ, ਸਾਨੂੰ ਤਾਂ ਨਹੀਂ ਪਤਾ ਹਰਿਆਣੇ 'ਚ ਕੀ ਹੁੰਦਾ ਪਿਆ। ਹਰਿਆਣੇ ਦੀਆਂ 40 ਖਾਪ ਪੰਚਾਇਤਾਂ ਨੇ ਫੈਸਲਾ ਕਰ ਲਿਆ ਕਿ ਮਨੋਹਰ ਲਾਲ ਖੱਟਰ ਦੀ ਸਰਕਾਰ ਦੇ ਖਿਲਾਫ ਅਸੀਂ ਝੰਡਾ ਚੁੱਕਾਂਗੇ ਜੀ। ਔਰ ਜਿਹੜੇ ਵਿਧਾਇਕ ਪਿੱਛੋਂ ਆਪਣੇ ਪਿਛੋਕੜ ਵੱਲੋਂ ਕਿਸਾਨ ਪਰਿਵਾਰਾਂ 'ਚੋਂ ਆਏ ਆ, ਉਹਨਾਂ ਦੇ ਘਰਾਂ ਦੀ ਪਿਕਟਿੰਗ ਕਰਾਂਗੇ, ਉਹਨਾਂ ਨੂੰ ਘੇਰ ਕੇ ਆਖਾਂਗੇ ਅਸਤੀਫਾ ਦਿਓ ਜਾਂ ਸਰਕਾਰ ਦਾ ਸਾਥ ਛੱਡ ਕੇ ਸਾਡੇ ਨਾਲ ਆਓ। ਬਿਲਕੁਲ ਸਹੀ। ਜੇ ਉਹ ਇਸ ਪਾਸੇ ਨੂੰ ਤੁਰ ਪੈਂਦੇ ਆ ਤੇ ਮਨੋਹਰ ਲਾਲ ਦੀ ਖੱਟਰ ਦੀ ਸਰਕਾਰ ਕਿੰਨਾ ਚਿਰ ਟਿਕੂਗੀ? ਅੱਛਾ ਮਤਲਬ ਇੱਕ ਚੀਜ਼ ਹੋਰ ਇਹਦੇ 'ਚ ਮੈਂ ਜ਼ਿਕਰ ਕਰਾਂ ਤੁਹਾਡੇ ਨਾਲ, ਅੱਜ ਵੀ ਇੱਕ ਸਮਾਂ ਆ ਗਿਆ ਜਦੋਂ ਸਰਕਾਰ ਇਹ ਜ਼ੋਰ ਪਾਉਣ ਲੱਗ ਪਈ ਕਿ ਜਿਹੜੀ ਤੁਹਾਡੀ 8 ਤਰੀਕ ਦੀ ਭਾਰਤ ਬੰਦ ਦੀ ਕਾਲ ਆ,
ਉਸ ਕਾਲ ਨੂੰ ਤੁਸੀਂ ਵਾਪਸ ਲਓ ਤੇ ਦੂਸਰਾ ਜਿਹੜੇ ਬਜ਼ੁਰਗ ਤੇ ਬੱਚੇ ਨੇ ਤੁਹਾਡੇ ਨਾਲ ਇੱਥੇ ਆਏ ਅੰਦੋਲਨ ਦੇ ਵਿੱਚ, ਉਹਨਾਂ ਨੂੰ ਵਾਪਸ ਘਰਾਂ ਨੂੰ ਭੇਜੋ। ਹਾਲਾਂਕਿ ਇਹਨਾਂ ਦੋਵਾਂ ਮੰਗਾਂ ਨੂੰ ਕਿਸਾਨਾਂ ਨੇ ਨਕਾਰਤਾ ਵੀ ਅਸੀਂ ਉੱਥੇ ਜਾ ਕੇ ਵੀ ਤੇ ਮਰਨਾ ਕੋਈ ਨਹੀਂ, ਸਾਨੂੰ ਸੜਕ ਤੇ ਮਰ ਲੈਣ ਦਿਓ। ਤੇ ਰਹੀ ਗੱਲ ਭਾਰਤ ਬੰਦ ਦੀ, ਉਹ ਤੇ ਅਸੀਂ ਜੇ ਕਾਲ ਦੇ ਚੁੱਕੇ ਹਾਂ ਤੇ ਉਹ ਤੋਂ ਵਾਪਸ ਲੈਣੀ ਨਹੀਂ ਆਈ। ਜਦੋਂ ਕੋਈ ਆਹ ਦੀ ਲੜਾਈ ਲੜਦਾ ਜੀ, ਫਿਰ ਬੱਚਿਆਂ ਸਮੇਤ ਹੀ ਆਉਂਦਾ ਹੁੰਦਾ। ਜਦੋਂ ਅਬਦਾਲੀ ਆਇਆ ਸੀ ਇੱਥੇ ਜੀ, ਤੇ ਉਹਨੇ ਆਪਣੇ ਮੁਨੀਮ ਤੋਂ ਪੁੱਛਿਆ ਸੀ ਵੀ ਇਹ ਜਿਹੜੇ ਸਿੰਘ ਨੇ ਇਹ ਕਿੱਦਾਂ ਦੀ ਚੀਜ਼ ਹੈ, ਕਿੱਥੇ ਰਹਿੰਦੇ ਆ? ਕਹਿੰਦੇ ਜੰਗਲਾਂ 'ਚ ਰਹਿੰਦੇ ਆ। ਕਹਿੰਦੇ ਨਾ ਟੱਬਰ ਟੀਰ, ਕਹਿੰਦੇ ਘੋੜਿਆਂ ਤੇ। ਅਖੇ ਸਾਜ਼ ਸਮਾਨ ਕੋਈ, ਕਹਿੰਦੇ ਘੋੜਿਆਂ ਤੇ। ਇਹ ਬੱਚੇ ਕਹਿੰਦੇ ਘੋੜਿਆਂ ਤੇ, ਜਨਾਨੀਆਂ ਵੀ ਘੋੜਿਆਂ ਤੇ। ਰਾਤ ਦਿਨ ਕਿਉਂਕਿ ਇਹਨਾਂ ਨੂੰ ਇਹ ਆ ਕਿ ਲੜਾਈ ਆ ਤੇ ਲੜਾਈ ਤੇ ਲੜਾਈ ਆ, ਜੇ ਅਸੀਂ ਘਰ ਬਣਾ ਕੇ ਬੈਠੇ ਤੇ ਲੜਾਈ ਨਹੀਂ ਲੜੀ ਜਾਣੀ। ਜੀ, ਸਾਰੇ ਪਰਿਵਾਰਾਂ ਸਮੇਤ ਘੋੜਿਆਂ ਤੇ ਹੋ ਗਏ ਸੀ ਉਹ ਲੜਾਈ ਲੜਨ ਵਾਸਤੇ। ਜੀ, ਔਰ ਅਬਦਾਲੀ ਨਾਲ ਟੱਕਰ ਜਿਸ ਤਰ੍ਹਾਂ ਦੀ ਲਈ ਸੀ, ਇਸ ਵੇਲੇ ਅਬਦਾਲੀ ਨਹੀਂ ਗਾ, ਇਸ ਵੇਲੇ ਇੱਕ ਚੁਣੀ ਹੋਈ ਸਰਕਾਰ ਹੈ। ਜੀ, ਚੁਣੀ ਹੋਈ ਸਰਕਾਰ ਨੇ ਲੋਕਾਂ ਨੂੰ ਇੰਨਾ ਮਜਬੂਰ ਕਰਤਾ ਕਿ ਉਹ ਬੱਚਿਆਂ ਸਮੇਤ ਉੱਥੇ ਜਾ ਬੈਠੇ। ਪਿੰਡਾਂ ਦੇ ਵਿੱਚ ਡਿਊਟੀਆਂ ਲੱਗ ਗਈਆਂ ਕਿ 50 ਜਣੇ ਉੱਥੇ ਜਾਣਗੇ, ਬਾਕੀ ਦੇ ਕਿਸਾਨ ਉਹਨਾਂ ਦੇ ਡੰਗਰਾਂ ਨੂੰ ਵੀ ਪੱਠੇ ਪਾਉਣਗੇ ਕਿ ਤੁਸੀਂ ਉੱਥੇ ਬੈਠੇ ਆ ਤੇ ਤੁਹਾਡੇ ਡੰਗਰ ਭੁੱਖੇ ਨਹੀਂ ਮਰਨ ਦਿੰਦੇ, ਜੀ, ਅਸੀਂ ਸੰਭਾਲਾਂਗੇ। ਤੁਹਾਡੀ ਪੈਲੀ 72 ਆਈ ਆ ਤੇ ਉੱਥੇ ਹੜ ਅਸੀਂ ਜਾ ਕੇ ਵਾਵਾਂਗੇ, ਤੁਸੀਂ ਨਾ ਪਰਵਾਹ ਕਰਿਓ। ਜਦੋਂ ਉਹ 50 ਆ ਜਾਂਦੇ ਆ, ਆਉਂਦੇ ਕਿ ਉੱਥੋਂ ਅਜੇ ਫੋਨ ਹੀ ਕਰਦੇ ਆ, ਇੱਥੋਂ 50 ਹੋਰ ਤੁਰ ਜਾਂਦੇ ਆ, ਉਹ ਮੁੜ ਕੇ ਆ ਕੇ ਆਪਣਾ ਕੰਮ ਵੀ ਕਰਦੇ ਤੇ ਦੂਸਰਿਆਂ ਦਾ ਵੀ ਕਰਦੇ ਆ, ਫਿਰ 50 ਹੋਰ ਤੁਰ ਜਾਂਦੇ। ਪਿੰਡਾਂ 'ਚੋਂ ਡਿਊਟੀਆਂ ਵੰਡ ਕੇ ਇਸ ਤਰ੍ਹਾਂ ਕਿਸਾਨ ਜਾਂਦੇ ਪਏ ਆ। ਇਹਦੇ 'ਚੋਂ ਕਿਸਾਨਾਂ ਵਿੱਚ ਇੱਕ ਭਾਈਚਾਰੇ ਦੀ ਨਵੀਂ ਭਾਵਨਾ ਪੈਦਾ ਹੁੰਦੀ ਪਈ ਆ। ਅੱਗੇ ਇੱਕ ਇੱਕ ਪਿੰਡ 'ਚ 4-4 ਧੜੇ ਆਪੋ ਹੀ ਡੰਗ ਖੜਕਦੀ ਸੀ, ਜੀ, ਗੋਲੀਆਂ ਚੱਲਦੀਆਂ ਸੀ ਕਈਆਂ ਥਾਵਾਂ 'ਤੇ। ਹੁਣ ਗੋਲੀਆਂ ਨਹੀਂ ਚੱਲ ਰਹੀਆਂ, ਹੁਣ ਇਸ ਗੱਲ ਤੇ ਆ ਕਿ ਫਲਾਨਾ ਉੱਥੇ ਗਿਆ ਧਰਨੇ ਤੇ, ਉਹਦੇ ਡੰਗਰਾਂ ਨੂੰ ਪੱਠੇ ਤੂੰ ਫਲਾਣੇ ਦੇ ਪਾਵੇਂ, ਤੂੰ ਫਲਾਣੇ ਦੇ ਪਾਵੇਂ। ਇੱਕ ਪਿੰਡਾਂ ਵਿੱਚ ਨਵੀਂ ਕਿਸਮ ਦਾ ਭਾਈਚਾਰਾ। ਜੀ, ਅੱਜ ਮੈਂ 2-3 ਫੋਟੋ ਵੇਖੀਆਂ ਨੇ ਜਿੱਥੇ ਕੁੜੀਆਂ ਖੇਤਾਂ 'ਚ ਪਾਣੀ ਲਾ ਰਹੀਆਂ ਨੇ। ਪੁੱਛਿਆ ਪੱਤਰਕਾਰ ਨੇ ਤੇ ਉਹ ਕਹਿੰਦੀਆਂ ਜੀ ਸਾਡਾ ਬਾਪੂ ਵੀ ਮਾਤਾ ਵੀ ਦੋਵੇਂ ਧਰਨੇ ਤੇ ਗਏ ਆ। ਤੇ ਉਹ ਪੁੱਛਦੇ ਸੀ ਪਿੱਛੋਂ ਕੀ ਹਾਲ ਆ, ਤੇ ਅਸੀਂ ਉਹਨੂੰ ਆਖਿਆ ਕਿ ਬਾਪੂ ਹੁਣ ਜੰਗ ਜਿੱਤ ਕੇ ਆਵੀਂ। ਇਹ ਕਿਸਾਨੀ ਦੀ ਹੋਂਦ ਦਾ ਸਵਾਲ ਆ, ਸਾਡੇ ਭਵਿੱਖ ਦਾ ਸਵਾਲ ਆ। ਫਸਲਾਂ ਅਸੀਂ ਔਖੀਆਂ ਹੋਈਆਂ ਸੌਖੀਆਂ ਹੋਈਆਂ ਅਸੀਂ ਆਪੇ ਸੰਭਾਲ ਲਾਂਗੇ, ਤੂੰ ਪਿੱਛੇ ਭੌਂਕ ਨਹੀਂ ਵੇਖਣਾ। ਜੇ ਧੀਆਂ ਵੀ ਇਹ ਕਹਿਣ ਲੱਗ ਪਈਆਂ ਕਿ ਬੇਬੇ ਬਾਪੂ ਤੁਸੀਂ ਜੰਗ ਜਿੱਤ ਕੇ ਆਇਓ, ਤੇ ਨਰਿੰਦਰ ਮੋਦੀ ਦੇ ਕਹਿਣ ਦੇ ਉੱਤੇ ਉਹ ਬੇਬੇ ਬਾਪੂ ਨੂੰ ਕਿੱਦਾਂ ਪਿੱਛੇ ਭੇਜ ਦੇਣਗੇ? ਅੱਛਾ, ਇੱਕ ਚੀਜ਼ ਪੰਜ ਸਾਹਿਬ ਹੋਰ ਇੱਥੇ, ਇਹ ਜਿੱਥੇ ਜਾ ਕੇ ਗੱਲ ਹੁਣ ਪਹੁੰਚ ਗਈ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਾਂ ਪਹਿਲਾਂ ਸਰਕਾਰਾਂ ਨੇ ਜਾਂ ਹੋਰ ਕਿਸੇ ਨੇ ਵੀ, ਜਾਂ ਜਿਹੜੀਆਂ ਸੂਈਆ ਕੰਪਨੀਆਂ ਹੁੰਦੀਆਂ ਜਿਹੜੀਆਂ ਕਿ ਪਹਿਲਾਂ ਜਾ ਕੇ ਇਸ ਚੀਜ਼ ਦੀ ਇਤਲਾਹ ਦਿੰਦੀਆਂ ਕਿ ਆਹ ਕੁਛ ਹੁੰਦਾ ਪਿਆ, ਇਹਨਾਂ ਨੇ ਪਹਿਲਾਂ ਇਹ ਪ੍ਰਭਾਵ ਦਿੱਤਾ ਸੀ ਕਿ ਵੀ ਮਹਾਰਾਜ ਇਹ ਤਾਂ ਸਿਆਸੀ ਜੰਗ ਹੈ, ਇਹ ਤਾਂ ਸਿਆਸੀ ਜ਼ਮੀਨ ਤਲਾਸ਼ਣ ਦਾ ਕਰਕੇ ਕੁਝ ਕੁ ਬੰਦਿਆਂ ਨੇ ਸਾਰੇ ਕੁਝ ਨੂੰ ਅੱਗੇ ਪੇਸ਼ ਕੀਤਾ, ਇਹ ਕੱਲ੍ਹ ਨੂੰ ਭਾਜਣੇ ਬੰਦੇ ਕਿਤੇ ਇੱਥੇ ਆਉਣ ਥੋੜ੍ਹਾ ਲੱਗਿਆ। ਇਹ ਜਿਹੜਾ ਸ਼ੁਰੂ ਦੇ ਵਿੱਚ ਚੀਜ਼ਾਂ ਜਿਵੇਂ ਜਿਵੇਂ ਆਂਕੀਆਂ ਗਈਆਂ ਜਾਂ ਸਮਝੀਆਂ ਗਈਆਂ, ਉਦੋਂ ਹੀ ਗਲਤੀ ਕਰ ਲਈ ਕਿਤੇ? ਮੇਰਾ ਖਿਆਲ ਹੈ ਕਿ ਨਰਿੰਦਰ ਮੋਦੀ ਇਸ ਵਹਿਮ ਵਿੱਚ ਹੀ ਰਿਹਾ ਕਿ ਜਿੱਤਣਾ ਤਾਂ ਮੈਂ ਹੀ ਹਾਂ। ਉਹ ਕਦੇ ਜਦੋਂ ਮੁਗਲਾਂ ਦਾ ਰਾਜ ਹੁੰਦਾ ਸੀ ਨਾ, ਉਦੋਂ ਅਜਮੇਰ ਸ਼ਰੀਫ ਦੇ ਵਿੱਚ ਇੱਕ ਨਜੂਮੀ ਬੈਠਾ ਹੁੰਦਾ, ਜਿੱਦਾਂ ਹਿੰਦੂ ਧਰਮ 'ਚ ਜੋਤਸ਼ੀ ਹੁੰਦੇ ਆ, ਮੁਸਲਮਾਨਾਂ 'ਚ ਨਜੂਮੀ ਹੁੰਦੇ ਆ। ਜੀ, ਜਿਹੜੇ ਬਾਦਸ਼ਾਹ ਨੇ ਜੰਗ ਲੜਨੀ ਹੁੰਦੀ ਸੀ ਪਹਿਲਾਂ ਉਹਦੇ ਕੋਲ ਜਾਂਦਾ ਸੀ ਤੇ ਉਹ ਸਿੱਕਾ ਸੁੱਟ ਕੇ ਕਹਿੰਦਾ ਸੀ ਜੇ ਹੈੱਡ ਆ ਗਿਆ ਤੂੰ ਜਿੱਤੇਂਗਾ, ਜੇ ਟੇਲ ਆ ਗਿਆ ਤੂੰ ਹਾਰ ਜਾਣਾ, ਫਿਰ ਜੰਗ ਲੜਨ ਨਾ ਜਾਵੀਂ। ਉਹ ਸਿੱਕਾ ਸੁੱਟਦਾ ਸੀ, ਹੈੱਡ ਆਉਂਦਾ ਸੀ ਉਧਰਲੇ ਪਾਸੇ ਸ਼ੇਰ ਬਣਾਇਆ ਸੀ, ਤੇ ਉਹ ਕਹਿੰਦਾ ਸੀ ਸ਼ੇਰ ਬਣ ਜਾ ਤੂੰ ਜਿੱਤ ਕੇ ਆਵੇਂਗਾ। ਰਾਜਾ ਜਾਂਦਾ ਸੀ ਸ਼ੇਰ ਬਣ ਕੇ, ਜਿੱਤ ਕੇ ਆ ਜਾਂਦਾ ਸੀ। 5-4 ਜੰਗਾਂ ਉਹਨੇ ਜਿੱਤੀਆਂ। ਫਿਰ ਇੱਕ ਵਾਰੀ ਗਿਆ, ਸਿੱਕਾ ਸੁੱਟਿਆ, ਸ਼ੇਰ ਆਇਆ, ਰਾਜਾ ਹਾਰ ਗਿਆ। ਵਾਪਸ ਆਇਆ ਤੇ ਦਿੱਲੀ ਜਾਣ ਦੀ ਥਾਂ ਅਜਮੇਰ ਚਲਾ ਗਿਆ, ਤੇ ਉਹਨੇ ਜਾ ਕੇ ਉਹ ਨਜੂਮੀ ਫੜ ਲਿਆ। ਉਹਦੇ 4 ਲਾਈਆਂ ਕਿ ਤੇਰਾ ਜੋਤਿਸ਼ ਕਿੱਦਾਂ ਫੇਲ ਹੋ ਗਿਆ, ਤੂੰ ਤਾਂ ਕਹਿੰਦਾ ਜਿੱਤ ਕੇ ਆਵੇਂਗਾ। ਉਹ ਹੌਲੀ ਜੀ ਕਹਿੰਦਾ ਜੀ ਮੈਂ ਕੀ ਕਰਦਾ, ਤੁਹਾਨੂੰ ਦੂਸਰਾ ਸਿੱਕਾ ਪਸੰਦ ਨਹੀਂ ਸੀ ਜੀ, ਮੈਂ ਇਸ ਕਰਕੇ ਸਿੱਕਾ ਉਹ ਬਣਾ ਲਿਆ ਜਿਹਦੇ ਦੋਵੇਂ ਪਾਸੇ ਸ਼ੇਰ ਸੀ। ਮੈਂ ਸੁਣਦਾ ਉਹ ਆਵੇ ਹੋਵੇ ਤੁਹਾਡੇ ਸਾਹਮਣੇ ਸ਼ੇਰ ਆ ਜਾਂਦਾ ਸੀ, ਤੁਸੀਂ ਹੌਸਲਾ ਕਰਕੇ ਲੜਨ ਚੱਲ ਜਾਂਦੇ ਸੀ। ਅੱਗੇ ਤੋਂ ਹੀ ਜਾਂਦੇ ਸੀ, ਮਾੜੀਆਂ ਫੌਜਾਂ ਦੀਆਂ ਸੀ, ਇਸ ਵੇਲੇ ਤੁਹਾਡੇ ਨਾਲ ਵੱਡਾ ਮਤਾ ਲਾ ਬੇਟਾ, ਉਹਦੇ 'ਚ ਤੁਸੀਂ ਹਾਰ ਕੇ ਆ ਗਏ, ਮੇਰਾ ਕੀ ਕਸੂਰ ਹੈ। ਉਹ ਨਜੂਮੀ ਦਾ ਬਾਦਸ਼ਾਹ ਨੇ ਕੀ ਕੀਤਾ, ਫਿਰ ਉਹਦਾ ਕੀ ਬਣਿਆ, ਉਹ ਤੋਂ ਵੱਖਰਾ। ਇਸ ਵੇਲੇ ਨਰਿੰਦਰ ਮੋਦੀ ਦੇ ਪਿੱਛੇ ਜਿਹੜੇ ਕੋਈ ਲੋਕ ਬੈਠੇ ਨੇ, ਜਿਹੜੇ ਉਹਨੂੰ ਕਹਿੰਦੇ ਤੇਰੇ ਵਰਗਾ ਦੂਸਰਾ ਕੋਈ ਨਹੀਂ, ਉਹਨਾਂ ਨੇ ਇਹੋ ਜਿਹੀ ਜਿੱਤ ਦੇ ਥਾਂ 'ਤੇ ਉਹਨੂੰ ਪਹੁੰਚਾਤਾ। ਉਹਨੂੰ ਨਹੀਂ ਪਤਾ ਕਿ ਲੋਕੀ ਤਾਂ ਕਹਿੰਦੇ ਆ ਕਿ ਦੁਨੀਆ 'ਤੇ ਆਉਣ ਲੱਗਿਆ ਹਰ ਕਿਸੇ ਦੇ ਕੰਨ 'ਚ ਸੱਚਾ ਪਾਤਸ਼ਾਹ ਫੂਕ ਮਾਰਦਾ, ਤੇਰੇ ਨਾਲ ਦਾ ਦੂਸਰਾ ਕੋਈ ਨਹੀਂ ਘੱਲਿਆ। ਇਸ ਵੇਲੇ ਕਿਸਾਨ ਭਾਈਚਾਰੇ ਨਾਲ ਜਿੱਦਾਂ ਦੀ ਟੱਕਰ ਲੱਗ ਗਈ ਹੈ ਜੀ, ਮੇਰਾ ਨਹੀਂ ਖਿਆਲ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਕਿਸੇ ਦੇਸ਼ ਵਿੱਚ ਕਿਸਾਨਾਂ ਦੀ ਤੇ ਸਰਕਾਰ ਦੀ, ਖਾਸ ਕਰਕੇ ਲੋਕਤੰਤਰੀ ਸਰਕਾਰ ਦੀ ਐਡੀ ਵੱਡੀ ਟੱਕਰ ਹੋਈ ਹੋਈ। ਇਹ ਜ਼ਿਕਰ ਅੱਜ ਚੱਲਿਆ ਪੰਨ ਸਾਹਿਬ, ਉੱਥੇ ਕਿਸਾਨਾਂ ਨੇ ਜਿਹੜਾ ਕੈਨੇਡੀਅਨ ਪ੍ਰਧਾਨ ਮੰਤਰੀ ਹੈ ਜੀ ਜਸਟਿਨ ਟਰੂਡੋ,
ਉਹਦਾ ਜ਼ਿਕਰ ਉੱਥੇ ਕੀਤਾ ਵੀ ਦੇਖੋ ਜੀ ਉਹਦੇ ਤੱਕ ਗੱਲ ਪਹੁੰਚ ਗਈ ਤੇ ਤੁਸੀਂ ਕਹਿੰਦੇ ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਗੱਲ ਨਹੀਂ ਪਹੁੰਚੀ, ਇਦਾਂ ਕਿੱਦਾਂ ਹੋ ਗਈ ਗੱਲਬਾਤ? ਗੱਲ ਤਾਂ ਪਹੁੰਚੀ ਆ ਪ੍ਰਧਾਨ ਮੰਤਰੀ ਮੋਦੀ ਤੱਕ। ਜੇ ਗੱਲ ਪਹੁੰਚੀ ਨਹੀਂ ਤੇ ਉਹਨੇ ਜਾ ਕੇ ਅਹਿਮਦਾਬਾਦ ਵਿੱਚ ਤੇ ਵਾਰਾਣਸੀ 'ਚ ਇਹ ਕਿਉਂ ਆਖਿਆ ਕਿ ਮੈਂ ਕਿਸਾਨਾਂ ਦਾ ਭਲਾ ਕਰਨਾ ਚਾਹੁੰਦਾ ਤੇ ਡਿੱਕਾ ਡਾਉਂਦੇ? ਜੀ ਗੱਲ ਤਾਂ ਪਹੁੰਚੀ ਸੀ, ਉਹਦੇ ਭਾਸ਼ਣਾਂ 'ਚੋਂ ਨਿਕਲ ਜਾਂਦੀ ਗੱਲ ਤਾਂ। ਪਰ ਬਾਹਰ ਇਹ ਕਹਿੰਦਾ ਮੇਰੇ ਕੋਲ ਪਹੁੰਚੀ ਨਹੀਂ। ਉਹ ਉਰਦੂ ਦਾ ਸ਼ੇਰ ਹੈ, ਖੁਦਾ ਕਰੇ ਕੌਣ ਨਾ ਮਰ ਜਾਏ ਸਾਦਗੀ ਪੇ। ਜੀ ਇੰਨਾ ਭੋਲਾਪਣ, ਇਹ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਆ। ਲਓ ਫਿਰ ਅਗਲੀ ਗੱਲ ਵੀ ਮੈਂ ਤੁਹਾਨੂੰ ਦੱਸ ਦਿਆਂ, ਉਹ ਨਰਿੰਦਰ ਤੋਮਰ ਸਾਹਿਬ ਨੇ ਬਾਹਰ ਆ ਕੇ ਫਿਰ ਉਹੀ ਗੱਲ ਕਹੀ। ਉਹ ਕਹਿੰਦੇ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ, 9 ਤਰੀਕ ਨੂੰ ਆਪਾਂ ਫਿਰ ਗੱਲਬਾਤ ਕਰਨੀ ਆ, MSP ਜਾਰੀ ਰਹੂਗੀ, ਕਿਸਾਨਾਂ ਦੀ ਜਿਹੜੀ ਸ਼ੰਕਾ ਉਹ ਐਵੇਂ ਬੇਬੁਨਿਆਦ ਆ, APMC ਮੰਡੀਆਂ ਨੂੰ ਤੋੜਨ ਦਾ ਸਾਡਾ ਕੋਈ ਇਰਾਦਾ ਨਹੀਂ। ਉਹ ਲਾਹੌਰੀਆਂ 'ਚ ਕਹਿੰਦੇ ਹੁੰਦੇ ਫਲਾਣਾ ਬੰਦਾ ਕਿ 9 ਤਰੀਕ, ਇਹਨਾਂ ਨੇ ਵੀ 9 ਤਰੀਕ ਰੱਖ ਲਈ ਹੈ। ਅੱਜ ਕਿੰਨੀ ਆ? 5 ਹੈ ਨਾ ਜੀ। ਇਹ 4 ਦਿਨ ਕਿਉਂ ਪਾਏ ਆ? ਇਹ ਤੇ ਹੁਣ ਉਹਨਾਂ ਨੂੰ ਪਤਾ ਹੋ ਜੀ। ਇਹ 7 ਨੂੰ ਕਰ ਲੈਂਦੇ, ਇਹ 8 ਨੂੰ ਕਰ ਲੈਣ, ਇੰਨੇ ਦਿਨ ਲਮਕਾਉਣ ਡਏ ਨੇ। ਇਹਨਾਂ ਦੀ ਕੋਸ਼ਿਸ਼ ਇਹ ਹੈ ਕਿ 8 ਦਿਨ ਤਾਂ ਅੱਗੇ ਲੰਘ ਗਏ। ਕਿੰਨੇ ਹੋ ਗਿਆ? 25 ਤਰੀਕ ਤੋਂ ਲਾ ਕੇ ਵੇਖ ਲਓ, 5 ਦਿਨ ਉਹ ਆ, 5 ਹੋ ਗਏ, 10 ਦਿਨ ਲੰਘ ਗਏ। 10 ਦਿਨ ਲੰਘ ਗਿਆ ਜੀ, ਅੱਜ 10ਵਾਂ ਦਿਨ ਹੋ ਗਿਆ। ਇਹ ਚਾਹੁੰਦੇ 4 ਦਿਨ ਹੋਰ, ਮੁੜ ਕੇ 4 ਹੋਰ, ਫਿਰ 4 ਹੋਰ। ਇਹ ਸਮਝਦੇ ਆ ਕਿ ਅਸੀਂ ਲਮਕਾਈ ਜਾਵਾਂਗੇ ਤੇ ਅੱਕ ਕੇ ਥੱਕ ਕੇ ਕਿਸਾਨ ਮੁੜ ਜਾਣਗੇ ਜੀ। ਇਹ ਦੂਜੀ ਗੱਲ ਨਹੀਂ ਵੇਖਦੇ ਕਿ ਕਿਸਾਨ ਆਪਣੀਆਂ ਟਰਾਲੀਆਂ 'ਚ ਸਮਾਨ ਭਰ ਕੇ ਬੈਠੇ ਆ ਤੇ ਪਿੱਛੋਂ ਵੀ ਸਪਲਾਈ ਲਾਈਨ ਚੱਲਦੀ ਆ। ਉਹ ਕਹਿੰਦੇ ਜੀ 4-4 ਮਹੀਨੇ ਦਾ ਸਮਾਨ ਤਾਂ ਅਸੀਂ ਲੈ ਕੇ ਆਏ ਆ ਤੇ ਬਾਕੀ ਸਾਡੇ ਮਗਰ ਆ ਜਾਣਾ ਜੀ। ਜੇ 4 ਮਹੀਨੇ ਦਾ ਸਮਾਨ ਉਹ ਲੈ ਕੇ ਆਏ ਆ ਤੇ ਬਾਕੀ ਮਗਰ ਆ ਜਾਣਾ, ਤੇ ਫਿਰ ਇਹਨਾਂ ਦੇ 9 ਤਰੀਕ 9 ਛੱਡ ਕੇ 19 ਰੱਖਣ, 29 ਰੱਖਣ, ਕੀ ਫਰਕ ਪੈਂਦਾ? ਜੀ ਜੀ। ਇਹਨਾਂ ਨੂੰ ਸਮਝ ਲੱਗਦੀ ਵੀ ਅਗਲੇ ਪਾਸੇ 26 ਜਨਵਰੀ ਨੂੰ ਤੁਰੀ ਆਉਂਦੀ ਹੈ। ਉਸ ਵਕਤ ਤੱਕ ਜੇ ਮੂਵਮੈਂਟ ਲਮਕ ਗਈ ਫਿਰ ਕੀ ਬਣੇਗਾ ਦੇਸ਼ ਦਾ? ਇਹ ਕੀ ਹੈ ਜੀ, ਉਹਦੇ 'ਚ ਕੀ ਝਾਕੀਆਂ ਜਿਹੜੀਆਂ ਉਹ ਕੱਢਦੇ ਆ, ਟਰਾਲੀਆਂ ਤੇ ਜ਼ਿਮੀਂਦਾਰ ਕੱਢਣਗੇ ਉੱਥੇ, ਵੀ ਇਹੋ ਹੀ ਆ। ਫਿਰ ਉਹੀ ਹੈ, ਫਿਰ ਇਹ ਬਾਹਰ ਝਾਕੀਆਂ ਕੱਢਣਗੇ। ਉਹ ਨੌਬਤ ਕਿਉਂ ਲਿਆਉਣੀ ਚਾਹੁੰਦੇ? ਜੀ। ਜੇ ਉਹ ਜੋ ਕੁਝ ਕਰਨਾ ਉਹ ਵੇਲੇ ਸਿਰ ਕਰਨਾ ਚਾਹੀਦਾ। ਇੰਨਾ ਲਮਕਾ ਕੇ ਸਾਰਾ ਕੁਝ ਕਰ ਕਰਾ ਕੇ ਫਿਰ ਉਹੋ ਹੀ ਜੇ ਕਰਨਾ ਪੈਣਾ। ਹੁਣ ਹਾਲਾਤ ਜਿੱਧਰ ਨੂੰ ਜਾਂਦੇ ਪਏ, ਇਹ ਲੱਗਦਾ ਸਾਫ਼ ਹੈ ਕਿ ਇਸ ਸਰਕਾਰ ਨੂੰ ਹੁਣ ਬਹੁਤਾ ਝੁਕਣ ਦਾ ਮੌਕਾ ਨਹੀਂ ਰਹਿ ਗਿਆ, ਪਿੱਛੇ ਅੜਨ ਦਾ ਮੌਕਾ ਨਹੀਂ ਰਹਿ ਗਿਆ। ਹੁਣ ਉਹਨਾਂ ਨੂੰ ਕਿਸੇ ਨਾ ਕਿਸੇ ਪੜਾਅ ਦੇ ਉੱਤੇ ਕਿਸਾਨਾਂ ਦੇ ਸੰਘਰਸ਼ ਅੱਗੇ, ਕਿਸਾਨਾਂ ਦੇ ਏਕੇ ਅੱਗੇ, ਕਿਸਾਨਾਂ ਦੇ ਰੋਹ ਅੱਗੇ ਇਹਨੂੰ ਝੁਕਣਾ ਪੈ ਜਾਣਾ। ਅਜੇ ਤੱਕ ਨਰਿੰਦਰ ਮੋਦੀ ਉੱਥੇ ਖੜਾ ਕਿ ਮੈਂ ਝੁਕਣਾ ਨਹੀਂ। ਉਹਦੇ ਸਾਹਮਣੇ ਸਭ ਤੋਂ ਵੱਡਾ ਇਹ ਹੈ ਕਿ ਮੈਂ ਪਿੱਛੇ ਹਟਿਆ ਤੇ ਲੋਕ ਕਹਿਣਗੇ ਕੀ? ਇਹ ਲੋਕ ਕਹਿਣਗੇ ਕਿ ਜਾਂ ਫਿਰ ਇਹ ਆ ਕਿ ਤੇਰੇ ਨਾਲ ਦੇ ਸਹਿਣਗੇ ਕਿੱਦਾਂ? ਇਹ ਕਹਿਣਗੇ ਤੇ ਸਹਿਣਗੇ ਦੇ ਵਿਚਾਲੇ ਆ ਕੇ ਜਿਹੜਾ ਉਹ ਚੱਕਾ ਫਸਿਆ ਪਿਆ, ਪਰ ਕਿੰਨਾ ਚਿਰ ਲਟਕਾਉਣਗੇ ਜੀ। ਆਖਿਰਕਾਰ ਕਿਤੇ ਗੱਲ ਕਰਨੀ ਪੈਣੀ। ਅੱਛਾ, ਇਹਦੇ 'ਚ ਇੱਕ ਮਤਲਬ ਸਭ ਹੋਰ ਚੀਜ਼ ਜਿਹੜੀ ਐਡ ਕਰਦੀ ਆਪਾਂ, ਉਹ ਇਹ ਹੈ ਕਿ ਵੀ ਇਹਦੇ 'ਚ ਜਿਹੜੀ ਅੱਜ ਚੀਜ਼ ਦੇਖਣ ਨੂੰ ਮਿਲੀ ਉਹ ਇਹ ਸੀ ਕਿ ਵੀ ਕਿਸਾਨ ਜਿਹੜੇ ਹੁਣ ਜਿੱਦਾਂ ਪਹਿਲੇ ਦਿਨ ਸੀਗਾ ਵੀ ਉਹ 32 ਨੂੰ ਆਇਆ ਸੱਦਾ, ਫਿਰ 36 ਹੋ ਗਏ, ਫਿਰ ਉਹ ਪਿਛਲੀ ਮੀਟਿੰਗ 'ਚ ਵੀ 40 ਸੀ, ਇਹਦੇ 'ਚ ਵੀ 40 ਦੇ ਕਰੀਬ ਕਿਸਾਨ ਨੇ। ਉਹਨਾਂ ਦਾ ਜਿਹੜਾ ਏਕਾ ਉਹ ਹੁਣ ਹੌਲੀ ਹੌਲੀ ਜਿਹੜਾ ਪੂਰੇ ਦੇਸ਼ ਦੇ ਵਿੱਚ ਦੱਸਣ ਲੱਗ ਪਿਆ। ਉਹਦਾ ਪ੍ਰਭਾਵ ਬਾਕੀ ਜਿਹੜੀਆਂ ਸਟੇਟਾਂ ਨੇ, ਉੱਥੋਂ ਦੀ ਜਿਹੜੀਆਂ ਭਾਜਪਾ ਦੀਆਂ ਸਰਕਾਰਾਂ ਨੇ, ਉਹਨਾਂ 'ਤੇ ਕਿਵੇਂ ਦਾ? ਕਿਉਂਕਿ ਹਰਿਆਣਾ ਤੇ ਜਮਾਂ ਆਪਣੇ ਗੁਆਂਢ, ਉਹਦੀ ਆਪਾਂ ਨੂੰ ਸਮਝ ਆਉਂਦੀ ਹੈ, ਪਰ ਬਾਕੀ ਸਟੇਟਾਂ ਦੇ ਵਿੱਚ ਮੈਂ ਉਹ ਪੁੱਛਣਾ ਚਾਹੁੰਦਾ ਹੈ। ਦੇਖੋ, ਹਰਿਆਣੇ ਦੀ ਵੀ ਸਾਨੂੰ ਸਮਝ ਆਉਂਦੀ ਹੈ, ਹਿਮਾਚਲ ਵੀ ਸਾਡੇ ਗੁਆਂਢ ਸਮਝ ਆਉਂਦੀ ਹੈ ਜੀ। ਮੱਧ ਪ੍ਰਦੇਸ਼ ਤੇ ਸਾਡੇ ਗੁਆਂਢ ਨਹੀਂ ਜੀ। ਜਿਹੜਾ ਪਰਸੋਂ ਜਥਾ ਮੱਧ ਪ੍ਰਦੇਸ਼ ਤੋਂ ਚੱਲਿਆ ਤੇ ਕੱਲ੍ਹ ਪਹੁੰਚਿਆ ਉੱਥੇ। ਇਹਦੇ ਤੋਂ ਬਾਅਦ ਫਿਰ ਕਰਨਾਟਕਾ ਦਾ ਵੀ ਤੁਰੂ ਜੀ। ਪੱਛਮੀ ਬੰਗਾਲ 'ਚ ਇਹਨਾਂ ਦੀ ਸਰਕਾਰ ਨਹੀਂ, ਪਰ ਝਾਕ ਤਾਂ ਰੱਖਦੇ ਆ ਨਾ ਕਿ ਪੱਛਮੀ ਬੰਗਾਲ ਅਸੀਂ ਜਿੱਤਣਾ। ਜੀ। ਤੇ ਜੇ ਇਹਨਾਂ ਦੀ ਸਰਕਾਰ ਨਹੀਂ, ਜਿੱਤਣ ਦੀ ਝਾਕ ਰੱਖਦੇ ਆ, ਤੇ ਅੱਜ ਪੱਛਮੀ ਬੰਗਾਲ 'ਚੋਂ ਖਬਰ ਆ ਗਈ ਹੈ ਕਿ ਉੱਥੋਂ ਦੇ ਕਿਸਾਨਾਂ ਨੇ ਆਖਿਆ ਜੀ ਅਸੀਂ ਵੀ ਦਿੱਲੀ ਜਾਵਾਂਗੇ। ਜੇ ਉਹ ਵੀ ਉੱਠ ਕੇ ਦਿੱਲੀ ਨੂੰ ਤੁਰ ਪਏ ਫਿਰ ਕੀ ਹੋਏਗਾ? ਜੀ। ਅੱਜ ਹੀ ਬਿਹਾਰ ਤੋਂ ਖਬਰ ਆਉਂਦੀ ਪਈ ਹੈ ਕਿ ਉੱਥੇ ਕਿਸਾਨਾਂ ਨੇ ਏਕਾ ਕਰਨਾ ਸ਼ੁਰੂ ਕਰਤਾ, ਤੇ ਨਿਤੀਸ਼ ਕੁਮਾਰ ਦੀ ਸਰਕਾਰ ਆਪਣਾ ਸਰਕਾਰੀ ਕੰਮਕਾਰ ਛੱਡ ਕੇ ਸਾਰਾ ਜ਼ੋਰ ਇਸ ਗੱਲ ਤੇ ਲਾਤਾ ਕਿ ਕਿਸਾਨਾਂ ਨੂੰ ਏਕਾ ਕਰਨ ਤੋਂ, ਦਿੱਲੀ ਵੱਲ ਜਾਣ ਤੋਂ ਰੋਕਣਾ ਕਿੱਦਾਂ। ਜੀ। ਹੁਣ ਕਿਸਾਨਾਂ ਇੱਥੇ ਆ ਗਈਆਂ ਸਰਕਾਰਾਂ ਕਿ ਕਿਸਾਨਾਂ ਨੂੰ ਰੋਕਣਾ ਕਿੱਦਾਂ? ਇਹ ਵੀ ਦਿਨ ਆਉਣੇ ਸੀ। ਸਾਰੇ ਸਰਕਾਰੀ ਕੰਮ ਠੱਪ ਹੋਏ ਪਏ ਨੇ। ਹਰਿਆਣੇ 'ਚ ਕੋਈ ਕੰਮ ਥੋੜ੍ਹਾ ਹੋ ਰਿਹਾ। ਜਿਹਨਾਂ ਦਾ ਕੋਈ MLA ਕਿਤੇ ਜਾਂਦਾ, ਮੰਤਰੀ ਕਿਤੇ ਜਾਂਦਾ, ਤੇ ਉਹਨਾਂ ਸਾਰਿਆਂ ਨੂੰ ਲੋਕ ਉੱਥੇ ਘੇਰ ਲੈਂਦੇ ਆ, ਡਰਦੇ ਪਿੰਡਾਂ 'ਚ ਨਹੀਂ ਵੜਦੇ ਪਏ। ਇੱਕ ਦਿਨ ਦਾ ਇੱਕ ਮੰਤਰੀ ਗੁਰਦੁਆਰੇ ਆਖਿਆ ਉਹਨੇ ਮੱਥਾ ਟੇਕਣ ਜਾਣਾ, ਉੱਥੇ ਪਬਲਿਕ ਨੇ ਘੇਰ ਲਿਆ, ਬਾਹਰ ਦਾ ਬਾਹਰ ਮੁੜਨਾ ਪੈ ਗਿਆ। ਇੰਨੀ ਬੇਇੱਜ਼ਤੀ ਹੋ ਰਹੀ ਹੈ ਥਾਂ ਥਾਂ ਤੇ, ਮਿੱਟੀ ਪਲੀਤ ਹੋ ਰਹੀ ਹੈ, ਤੇ ਫਿਰ ਕੀ ਕਰਨਗੇ ਹੋਰ ਭਲਾ? ਬਿਲਕੁਲ ਸਹੀ। ਅੱਛਾ, ਅੱਜ ਵਾਲੀ ਮੀਟਿੰਗ ਦੇ ਵਿੱਚ ਇੱਕ ਚੀਜ਼ ਹੋਰ ਪੰਡ ਸਾਹਿਬ ਜਿਹੜੀ ਜ਼ਿਕਰ ਕਰਨ ਵਾਲੀ ਆ, ਉਹ ਇਹ ਹੈ ਕਿ ਵੀ ਜਿਹੜੇ ਮੰਤਰੀ ਨੇ 3 ਉਹੀ ਨੇ, ਤੇ ਅੱਜ ਇਹ ਚਰਚਾ ਬਾਹਰ ਵੀ ਸੀਗੀ ਇਸ ਚੀਜ਼ ਦੀ। ਕੁਝ ਕਿਸਾਨ ਲੀਡਰਾਂ ਨੇ ਵੀ ਇਹ ਗੱਲ ਕਹੀ ਵੀ ਸਾਨੂੰ ਇਹ ਨਹੀਂ ਸਮਝ ਲੱਗੀ ਵੀ ਪਿਊਸ਼ ਗੋਇਲ ਸਾਹਿਬ ਦਾ ਉੱਥੇ ਕੀ ਕੰਮ ਹੈ। ਕਿਉਂਕਿ ਜੇ ਪਹਿਲਾਂ ਤਾਂ ਠੀਕ ਆ, ਉਹਨਾਂ ਨੂੰ ਸਰਕਾਰਾਂ ਨੂੰ ਇਹ ਲੱਗਦਾ ਸੀ ਵੀ ਹਾਂ ਵੀ ਉਹ ਟ੍ਰੇਨਾਂ ਦੀ ਮੁਸ਼ਕਿਲ ਆ ਤਾਂ ਕਰਕੇ, ਹੁਣ ਤਾਂ ਟ੍ਰੇਨਾਂ ਵੀ ਚਲਾਤੀਆਂ, ਟ੍ਰੇਨਾਂ ਦਾ ਵੀ ਕੋਈ ਰਫੜ ਨਹੀਂ, ਤੇ ਬਹਿਣਾ ਤਾਂ ਕਿਸੇ ਹੋਰ ਨੂੰ ਚਾਹੀਦਾ।
ਤੇ ਬਿਠਾਇਆ ਅਜੇ ਵੀ ਪਿਊਸ਼ ਗੋਇਲ ਸਾਹਿਬ ਨੇ। ਜਿਹੜਾ ਤੁਹਾਨੂੰ ਸਮਝ ਆਉਂਦੀ ਕਿਉਂ ਇਦਾਂ ਆ? ਬੜਾ ਇਹਨਾਂ ਨੇ ਫੈਸਲਾ ਕੀਤਾ ਸੀ 3 ਤਰੀਕ ਦੀ ਮੀਟਿੰਗ ਜਾਵੇਗਾ ਦੇਸ਼ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਕਿਉਂਕਿ ਕਿਸਾਨਾਂ ਦੀ ਐਜੀਟੇਸ਼ਨ ਦੇ ਨਾਲ ਅਮਨ ਕਾਨੂੰਨ ਦੀ ਸਮੱਸਿਆ ਵੀ ਆ ਰਹੀ ਹੈ ਜੀ ਤੇ ਫਿਰ ਹੋਮ ਮਿਨਿਸਟਰ ਚਾਹੀਦਾ। ਉਹਨੇ ਪਹਿਲਾਂ ਮੀਟਿੰਗ ਆਪ ਸੱਦੀ, ਕਿਸਾਨਾਂ ਦੇ ਲੀਡਰਾਂ ਨੂੰ ਫੋਨ ਤਾਂ ਅਮਿਤ ਸ਼ਾਹ ਨੇ ਕੀਤੇ ਸੀ। ਜੀ ਜਦੋਂ ਮੀਟਿੰਗ ਸੱਦ ਲਈ ਫਿਰ ਫੈਸਲਾ ਕਰਤਾ ਕਿ ਉੱਥੇ ਮੀਟਿੰਗ ਦੇ ਵਿੱਚ ਜਾਵੇਗਾ ਜੀ ਰਾਜਨਾਥ ਸਿੰਘ, ਜੀ ਰੱਖਿਆ ਮੰਤਰੀ। ਮੀਟਿੰਗ ਸ਼ੁਰੂ ਹੋਣ ਤੱਕ ਇਹ ਚਰਚਾ ਸੀ, ਬਲਕਿ ਕੁਝ ਅਖਬਾਰਾਂ ਦੀਆਂ ਸਾਈਟਾਂ ਨੇ ਖਬਰ ਲਾਤੀ ਕਿ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਸ਼ੁਰੂ ਹੋ ਗਈ ਆ। ਅੱਧੇ ਘੰਟੇ ਬਾਅਦ ਖਬਰ ਆਈ ਕਿ ਰਾਜਨਾਥ ਸਿੰਘ ਤਾਂ ਮੀਟਿੰਗ 'ਚ ਨਹੀਂ ਵੜਿਆ, ਉਹ ਆਪਣੇ ਆਪ ਨੂੰ ਕਰਨੀ ਖਿਸਕਾ ਕੇ ਪਰ ਬਾਹਰ ਲੈ ਗਿਆ। ਇਹਦਾ ਕਾਰਨ ਕੀ ਆਖਰਕਾਰ? ਜਿਹੜਾ ਰੱਖਿਆ ਮੰਤਰੀ ਆ ਉਹ ਵੀ ਆਪਣੇ ਸਰਕਾਰ ਦਾ ਪੱਖ ਪੇਸ਼ ਕਰਨ ਵਾਸਤੇ ਜਾਂ ਗੱਲਬਾਤ ਕਰਨ ਵਾਸਤੇ ਕਿਸਾਨਾਂ ਦੇ ਸਾਹਮਣੇ ਕਿਉਂ ਨਹੀਂ ਜਾਣਾ ਚਾਹੁੰਦਾ? ਇਹ ਪਿਊਸ਼ ਗੋਇਲ ਜਾਂ ਤਾਂ ਇਸ ਤਰ੍ਹਾਂ ਕਿ ਹੱਦ ਤੋਂ ਵੱਧ ਜ਼ਿਆਦਾ ਫਰਮਾ ਬਰਦਾਰ ਆ, ਇਹਨੂੰ ਉੱਥੇ ਬਿਠਾਇਆ ਕਿ ਵਾਹਵਾ ਚੰਗਾ ਪੱਕਾ ਭਗਤ ਹੈ ਤੇ ਉੱਥੇ ਬੈਠਾ ਕਿਸਾਨਾਂ ਦੇ ਨਾਲ ਮੱਥਾ ਮਾਰਦਾ ਰਹੇਗਾ। ਗੱਲ ਤਾਂ ਇਹਦੀ ਕੋਈ ਸੁਣ ਨਹੀਂ ਰਿਹਾ। ਕਿਸਾਨ ਤਾਂ 2 ਵਾਰੀ ਤਾਂ ਕਿਸਾਨ ਇਹਨੂੰ ਕੌੜੇ ਹੋ ਕੇ ਪੈ ਵੀ ਗਿਆ। ਇੱਕ ਦਿਨ ਇਹਨੇ ਆ 3 ਤਰੀਕ ਦੇ ਮੀਟਿੰਗ ਦੇ ਵਿੱਚ ਕਹਿੰਦੇ ਵਾਹਵਾ ਖਰਮਾ ਬੋਲਣ ਲੱਗਾ ਜੀ, ਉਹ ਅੱਗੋਂ ਪੈ ਗਏ ਬੋਲੀ ਸੰਭਾਲ ਕੇ ਗੱਲ ਕਰ, ਅਸੀਂ ਕਰਿੰਦੇ ਨਹੀਂ ਤੁਹਾਡੇ, ਅਸੀਂ ਉੱਠ ਕੇ ਚੱਲੇ। ਫਿਰ ਉਹਨੂੰ ਕਿਸਾਨਾਂ ਨੇ ਸ਼ੀਸ਼ਾ ਉਧਰ ਵੀ ਵਿਖਾਤਾ ਸੀ। ਹੁਣ ਵੀ ਉਸੇ ਬੰਦੇ ਨੂੰ ਅੱਗੇ ਰੱਖਿਆ। ਮੇਰਾ ਖਿਆਲ ਇੱਥੇ ਆ ਕੇ ਤਾਂ ਮਾੜੀ ਚੰਗੀ ਡਿਊਟੀ ਨਿਭਾਉਂਦਾ ਹੋਊਗਾ ਮੰਤਰੀ ਦੇ ਤੌਰ ਤੇ ਜੀ। ਘਰ ਜਾ ਕੇ ਸੋਚਦਾ ਹੋਣਾ ਮੈਂ ਪਤਾ ਨਹੀਂ ਕਿਹੜੇ ਚੱਕਰ 'ਚ ਫਸਿਆ ਪਿਆ, ਨਾ ਮੇਰਾ ਕੰਮ ਨਾ ਕੁਝ, ਤੰਦ ਨਾ ਤਾਣੀ, ਮੈਂ ਐਵੇਂ ਵਾਧੂ ਵਿੱਚ ਫਸਿਆ ਫਿਰਦਾ ਜੀ। ਜਿਹੜੀ ਉਹ ਸਥਿਤੀ 'ਚ ਫਸ ਗਿਆ ਉਹਦਾ ਕਰਕੇ ਉਹ ਵੀ ਕੋਈ ਸੌਖਾ ਨਹੀਂ ਹੋਣਾ। ਪਰ ਸਰਕਾਰ ਕਹਿੰਦੀ ਹੈ, ਸਰਕਾਰ ਨਹੀਂ ਕਹਿੰਦੀ, ਸਰਕਾਰ ਤਾਂ ਇੱਕ ਬੰਦਾ ਆ ਜੀ, ਸਿਰਫ ਇੱਕ ਬੰਦਾ ਜਿਹੜਾ ਸਰਕਾਰ ਆ, ਬਾਕੀ ਤਾਂ ਸਾਰੇ ਉਹਦੇ ਵਫਾਦਾਰ ਨੇ। ਜਦੋਂ ਕਹਿੰਦਾ ਉਹ ਕਰਦੇ ਨੇ। ਇਹਨਾਂ 'ਚੋਂ ਕਿਸੇ ਮੰਤਰੀ ਦੀ, ਕਿਸੇ ਅਫਸਰ ਦੀ ਕਿਸੇ ਦੀ ਜ਼ਰੂਰਤ ਹੈ ਕਿ ਉਹਦੀ ਅੱਖ 'ਚ ਅੱਖ ਪਾ ਕੇ ਗੱਲ ਕਰ ਲੈ? ਅੱਖ 'ਚ ਅੱਖ ਪਾਉਣਾ ਤੇ ਪਰੇ ਆ, ਉਹਦੇ ਸਾਹਮਣੇ ਸਿਰ ਚੁੱਕ ਕੇ ਗੱਲ ਨਹੀਂ ਕਰਦੇ, ਨੀਵੀਂ ਪਾ ਕੇ ਗੱਲਾਂ ਕਰਦੇ ਨੇ। ਇੱਕ ਚੀਜ਼ ਹੋਰ ਜਿਹੜੀ ਕਿ ਇਸ ਵਕਤ ਚਰਚਾ 'ਚ ਹੈ ਪਰ ਸਭ ਅੱਜ ਵਾਲੀ ਮੀਟਿੰਗ ਦੇ ਵਿੱਚ ਜਦੋਂ ਇਹ ਸਾਰੀ ਗੱਲਬਾਤ ਚੱਲਦੀ ਸੀ ਨਾ, ਉਦੋਂ ਪਿੱਛੇ ਬਾਹਰ ਇਹ ਗੱਲਾਂ ਇਹ ਹੁੰਦੀਆਂ ਸੀ ਵੀ ਜਿੱਦਾਂ ਉਹ ਪੰਜਾਬੀ ਨੇ ਕਿਤੇ ਵੀ ਨਾਗਵਾਲ ਇਸ ਵੇਲੇ ਨਾ ਨਾਗਵਾਲ ਪੈ ਗਿਆ, ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਐਂ ਲੱਗਦਾ ਸੀ ਵੀ ਕੋਈ ਨਹੀਂ ਪੰਜਾਬ ਹੀ ਬੈਠੇ ਆ, ਇਹ ਟ੍ਰੇਨਾਂ 'ਤੇ ਬੈਠੇ, ਟ੍ਰੇਨਾਂ ਤੋਂ ਉੱਠੇ, ਲਾਈਨਾਂ ਤੋਂ ਉੱਠੇ, ਤੇ ਉਹ ਕਹਿੰਦੇ ਕੋਈ ਨਹੀਂ ਟ੍ਰੇਨਾਂ ਨਹੀਂ ਚਲਾਉਂਦੇ। ਤੇ ਕਿਸਾਨ ਇੱਥੇ ਦੇਖਣ ਵੀ ਯਾਰ ਇਹ ਚੰਗੀ ਸਰਕਾਰ ਹੈ ਵੀ ਅਸੀਂ ਹੁਣ ਕਹਿੰਦੇ ਚਲਾ ਲਓ ਟ੍ਰੇਨਾਂ, ਤੇ ਆਂਦੇ ਵੀ ਨਹੀਂ ਸਾਡੀ ਤੜੀ ਹੈ। ਉਹ ਜਿਹੜੀ ਹਿੰਡ ਤੜੀ ਉਦੋਂ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ 'ਚ ਦੀਦੀ ਸੀ, ਉਹ ਹੁਣ ਬਿਲਕੁਲ ਉਲਟੀ ਤਸਵੀਰ ਨਹੀਂ ਹੋ ਗਈ ਜਿਵੇਂ ਆਪਾਂ ਪੁੱਠੀ ਕਰਕੇ ਤਸਵੀਰ ਟੰਗ ਦਿੰਦੇ ਹਾਂ। ਸਾਰਾ ਕੁਝ ਉਲਟਾ ਹੋਇਆ ਪਿਆ। ਹੁਣ ਤਾਂ ਕਿਸਾਨ ਸਰਕਾਰ ਤਰਲੇ ਕੱਢਦੀ ਹੈ। ਕੋਈ ਵਕਤ ਸੀ ਕਿਸਾਨ ਇੱਥੇ ਬੈਠੇ ਸੀ ਜੀ, ਸਰਕਾਰ ਮੀਟਿੰਗ ਕਰਨ ਨੂੰ ਤਿਆਰ ਨਹੀਂ ਸੀ, ਬੈਠਿਆਂ ਦੇ ਬੈਠੇ ਰਹੋ, ਕਿਉਂਕਿ ਸਮਝਦੇ ਸੀ ਕਿ ਤਬੇਲੇ ਦੀ ਬੜਾ ਵਛੇਰੇ ਦੇ ਸਿਰ ਆ ਜੀ, ਸਾਡੀ ਕੇਂਦਰ ਸਰਕਾਰ ਦੀ ਬੜਾ ਜਿਹੜੀ ਆ ਪੰਜਾਬ ਸਰਕਾਰ ਦੇ ਸਿਰ ਆ। ਇੱਥੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਆਪੇ ਕੈਪਟਨ ਅਮਰਿੰਦਰ ਸਿੰਘ ਭੁਗਤੇ। ਇਸ ਵੇਲੇ ਉਹ ਕਸੂਤੇ ਇਸ ਕਰਕੇ ਫਸ ਗਏ ਕਿ ਸਾਰੇ ਦਾ ਸਾਰਾ ਰਫੜ ਉਹਨਾਂ ਦੇ ਗਲ ਪੈਂਦਾ ਪਿਆ। ਕਿਸਾਨ ਪਹੁੰਚ ਗਿਆ ਦਿੱਲੀ ਜੀ, ਦਿੱਲੀ NCR ਦਾ ਮਤਲਬ ਨੈਸ਼ਨਲ ਕੈਪੀਟਲ ਰੀਜਨ ਜੀ, ਜਿਹਦੇ ਵਿੱਚ ਦਿੱਲੀ ਸ਼ਹਿਰ ਵੀ ਆਉਂਦਾ, ਨਾਲ ਦੇ ਜਿਹੜੇ ਹਰਿਆਣੇ ਦੇ ਕਸਬੇ ਨੇ, ਗੁੜਗਾਉਂ ਅੱਜ ਕੱਲ੍ਹ ਗੁਰੂਗ੍ਰਾਮ ਕਹਿੰਦੇ ਆ ਜੀ, ਫਰੀਦਾਬਾਦ, ਇਹ ਸਾਰੇ ਉਹਦੇ ਵਿੱਚ ਆਉਂਦੇ ਨੇ। ਪਰਲੇ ਪਾਸੇ ਯੂਪੀ ਦੇ ਨੋਇਡਾ, ਗਾਜ਼ੀਆਬਾਦ, ਉਹ ਵੀ ਉਹ 'ਚ ਆਉਂਦੇ ਨੇ। ਇਹ ਜਿਹੜਾ ਘੇਰੇ ਘੇਰੇ ਦੇ ਨਾਲ ਸ਼ਹਿਰ ਸਾਰੇ ਰਲਾ ਕੇ, ਜਿਸ ਤਰ੍ਹਾਂ ਟੋਰਾਂਟੋ ਦੇ ਨਾਲ ਬਰੈਂਪਟਨ, ਮਿਸੀਸਾਗਾ ਕਿੰਨੇ ਸਾਰੇ ਮਿਲਾ ਕੇ ਗ੍ਰੇਟਰ ਟੋਰਾਂਟੋ ਬਣਦਾ ਜੀ, ਇੱਦਾਂ ਹੀ ਕਈ ਹੋਰ ਸ਼ਹਿਰ ਨੇ, ਗ੍ਰੇਟਰ ਲੰਡਨ ਹੈ। ਉਸੇ ਤਰ੍ਹਾਂ ਹੀ ਇਹ ਜਿਹੜਾ ਦਿੱਲੀ ਆ, ਦਿੱਲੀ ਦੇ ਨਾਲ ਜਦੋਂ NCR ਕਹਿੰਦੇ ਆ ਤੇ ਉਹਦੇ ਵਿੱਚ ਨਾਲ ਦੇ ਸੂਬਿਆਂ ਦੇ ਵੱਡੇ ਸ਼ਹਿਰ ਵੀ ਜੁੜ ਜਾਂਦੇ ਆ। ਉਸ NCR ਦੀ ਐਡੀ ਵੱਡੀ ਸਮੱਸਿਆ ਬਣ ਗਈ ਆ ਕਿ ਨਾਲ ਦੇ ਸੂਬਿਆਂ ਦੀਆਂ ਸਰਕਾਰਾਂ ਤਾਂ ਨਹੀਂ ਕਹਿੰਦੀਆਂ ਕੁਝ ਵੀ, ਕਿਉਂਕਿ ਦੋਵੇਂ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਬੜੇ ਚਹੇਤੇ ਆ। ਮਨੋਹਰ ਲਾਲ ਖੱਟਰ RSS ਦੀ ਪਰੇਡ ਸ਼ਾਖਾ 'ਚੋਂ ਆਇਆ ਜੀ, ਪਹਿਲੇ ਸਾਰੀ ਉਹ ਵਿਚਾਰੇ ਨੇ ਨਿੱਕਰ ਪਾ ਕੇ ਪਰੇਡ ਕੀਤੀ, ਹੋਰ ਕੀ ਕੀਤਾ ਜੀ। ਜਿਹੜਾ ਯੋਗੀ ਆਦਿੱਤਿਆਨਾਥ ਆ ਉਹ ਗੋਰਖਪੁਰ ਦੇ ਬੱਠ ਦਾ ਯੋਗੀ ਸੀ, ਉੱਥੋਂ ਆ ਕੇ ਮੰਤਰੀ ਬਣ ਗਿਆ। ਦੋਵੇਂ ਉਹਦੇ ਚਹੇਤੇ ਆ, ਉਹ ਤਾਂ ਨਹੀਂ ਬੋਲਣਗੇ। ਪਰ ਉਹਨਾਂ ਸ਼ਹਿਰਾਂ ਜਿਹੜੇ ਮੇਅਰ ਬੈਠੇ ਨੇ, ਜਿਹੜੇ ਕੌਂਸਲਰ ਬੈਠੇ ਨੇ, ਜਿਹੜੇ ਬਾਕੀ ਇਹਨਾਂ ਦੇ ਪਾਰਟੀ ਵਰਕਰ ਤੇ ਲੀਡਰ ਬੈਠੇ ਨੇ ਜੀ, ਉਹਨਾਂ ਦਾ ਪਬਲਿਕ ਦੇ ਨਾਲ ਜਦੋਂ ਸਾਹਮਣਾ ਹੁੰਦਾ ਉਹ ਕਿੱਥੇ ਭੱਜ ਜਾਣ ਜੀ। ਇਹ ਤੇ ਮਨੋਹਰ ਲਾਲ ਖੱਟਰ ਵੀ ਕਿਤੇ ਨਹੀਂ ਜਾਊਗਾ। ਅਸੀਂ ਇਹਨਾਂ ਸਾਰਿਆਂ ਨੂੰ ਜਾਣਦੇ ਜਿੰਨੀ ਕੁ ਜੋਗੇ ਹੈਗੇ ਨੇ। ਇਹਨਾਂ ਸਾਹਮਣੇ ਤਾਂ ਲੋਕਾਂ ਵਿੱਚ ਜਾਣਾ ਔਖਾ ਹੋਇਆ ਪਿਆ। ਆਪੋ ਆਪਣੇ ਘਰਾਂ 'ਚ, ਦਫ਼ਤਰਾਂ 'ਚ ਇੱਥੋਂ ਤੱਕ ਸੀਮਤ ਨੇ। ਸਮੱਸਿਆ ਜਿਹੜੀ ਉਹ ਹੇਠਲਿਆਂ ਦੀ ਆ, ਸਾਰੀ ਪਾਰਟੀ ਇਸ ਵੇਲੇ ਫਸੀ ਪਈ ਆ, ਪਿੱਟਦੀ ਆ, ਔਰ ਅੰਦਰ ਖਾਤੇ ਬਹਿ ਕੇ ਉਹਨਾਂ ਨੂੰ ਜੋ ਸਾਨੂੰ ਪਤਾ ਲੱਗਾ ਉਹ ਕਹਿੰਦੇ ਵੀ ਆ ਜੀ ਕੋਈ ਪੌੜਾ ਮਕਾਓ, ਕਿਸੇ ਪਾਸੇ ਗੱਲ ਕਰ ਦਿਓ, ਇੱਕ ਵਾਰੀ ਥੋੜਾ ਬਹੁਤ 19-21 ਕਰਕੇ ਰਾਹ ਹੀ ਕੱਢ ਲਓ ਜੀ। ਤੇ ਉਹ ਜੇ ਇੱਕ ਵਾਰੀ ਰਾਹ ਕੱਢ ਲਿਆ ਤੇ ਨਰਿੰਦਰ ਮੋਦੀ ਵਾਸਤੇ ਮੁਸੀਬਤਾਂ ਦਾ ਰਾਹ ਖੁੱਲ੍ਹ ਜਾਣਾ ਕਿ ਜੇ ਪੰਜਾਬ ਦੇ ਕਿਸਾਨਾਂ ਨੇ ਉਹਨੂੰ ਝੁਕਾ ਲਿਆ ਜੀ, ਫਿਰ ਤੁਸੀਂ ਵੇਖਿਓ ਭਾਰਤ ਦੇ ਵਿੱਚ ਕਿੱਡੀਆਂ ਵੱਡੀਆਂ ਮੂਵਮੈਂਟਾਂ ਉੱਠਦੀਆਂ ਅੱਡ-ਅੱਡ ਪਾਸਿਆਂ ਤੋਂ। ਹਰ ਇੱਕ ਨੇ ਆਖਣਾ ਪੰਜਾਬ ਦੇ ਕਿਸਾਨਾਂ ਦੀ ਮੰਗ ਮੰਨੀ ਆ ਕਿ ਨਹੀਂ, ਅਸੀਂ ਵੀ ਮਨਾ ਕੇ ਛੱਡਾਂਗੇ ਜੀ। ਇੱਕ ਵਾਰ ਮੈਂ ਫਿਰ ਤੋਂ ਦੱਸ ਦਿਆਂ ਜੀ ਕਿ ਵੀ ਇਸ ਵਕਤ ਜਿਹੜੀ ਮੀਟਿੰਗ ਅੱਜ ਕਾਫੀ ਲੰਮੀ ਚੱਲੀ, ਉਹ
ਵਿੱਚੋਂ ਟੁੱਟਣ ਨੂੰ ਫਿਰਦੀ ਸੀ, ਫਿਰ ਗੱਲ ਜੁੜੀ, ਫਿਰ ਟੁੱਟਣ ਨੂੰ ਫਿਰਦੀ ਸੀ, ਫਿਰ ਗੱਲ ਜੁੜੀ ਤੇ ਅਖੀਰ ਆਖਰੀ 30 ਮਿੰਟਾਂ 'ਚ ਜਦੋਂ ਕਿਸਾਨਾਂ ਨੇ ਮੌਨ ਵਰਤੀ ਧਾਰ ਲਿਆ ਤੇ ਫਾਈਲਾਂ ਦੇ ਉੱਪਰ ਲਿਖ ਲਿਆ ਯੈਸ ਜਾਂ ਨੋ, ਸਾਨੂੰ ਇਹ ਦੱਸੋ ਵੀ ਕਾਨੂੰਨ ਰੱਦ ਕਰਦੇ ਹੋ ਕਿ ਨਹੀਂ, ਤੇ ਉਦੋਂ ਜਾ ਕੇ ਫਿਰ ਇੱਕ ਵਾਰ 9 ਤਰੀਕ 11 ਵਜੇ ਦਾ ਸਮਾਂ ਮੁਕਰਰ ਕਰਕੇ ਤੇ ਅੱਜ ਵਾਲੀ ਜਿਹੜੀ ਮੀਟਿੰਗ ਹੈ ਉਹਨੂੰ ਉਠਾ ਦਿੱਤਾ ਗਿਆ। ਇਹਦੇ ਵਿੱਚ ਜਿਹੜਾ ਕਿਸਾਨਾਂ ਦਾ ਪ੍ਰੋਗਰਾਮ ਹੈ 8 ਤਰੀਕ ਦੇ ਬੰਦ ਆ ਤੇ 7 ਤਰੀਕ ਨੂੰ ਦਿੱਲੀ ਜਾ ਕੇ ਵੱਖ-ਵੱਖ ਸਟੇਟਾਂ ਤੋਂ ਜਿਹੜੇ ਲੋਕਾਂ ਨੇ ਆਪਣੇ ਜਿਹੜੇ ਨੈਸ਼ਨਲ ਅਵਾਰਡ ਮਿਲੇ ਨੇ ਉਹ ਵਾਪਸ ਕਰਨੇ ਆ, ਉਹ ਐਜ਼ ਇਟ ਇਜ਼ ਹੀ ਹੈ। ਮਨੂ ਸਾਹਿਬ, ਤੁਸੀਂ ਸਮਾਂ ਕੱਢਿਆ ਇਸ ਖਾਸ ਪੇਸ਼ਕਸ਼ ਲਈ, ਤੁਹਾਡਾ ਬੜਾ ਧੰਨਵਾਦ ਜੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੇ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।